ਪਹਿਲੀ ਗੱਲ ਤਾਂ ਜਿਹੜਾ ਆਇਲਸ ਨੂੰ ਅੱਜ ਮੰਨ ਲਓ ਤੁਸੀਂ ਇੱਕ ਦੋ ਭਰਾ ਹੋ, ਤੁਸੀਂ ਘਰ ਦੇ ਵਿੱਚ ਤੁਸੀਂ MSc ਟੌਪ ਕੀਤੀ, ਬਹੁਤ ਚੰਗੇ ਤੁਸੀਂ ਮਤਲਬ ਬੜੇ ਪੜ੍ਹਨ ਵਾਲੇ ਬੱਚੇ ਹੋ। ਉਧਰੋਂ ਤੁਹਾਡੇ ਭਰਾ ਨੇ ਆਇਲਸ 7 ਬੈਂਡ ਲੈ ਲਏ, ਪਰ ਤੁਹਾਡੇ ਆਇਲਸ 6 ਬੈਂਡ ਰਹਿ ਗਏ। ਤਾਂ ਜਿਹੜੇ ਤੁਸੀਂ MSc ਉਹਨੂੰ ਨਹੀਂ ਗਿਣਿਆ ਜਾਏਗਾ। ਲੋਕ ਕਹਿਣਗੇ ਵੀ ਜਿਹੜਾ ਆਇਲਸ ਕਰਦਾ ਉਹ ਬਹੁਤ ਇੰਟੈਲੀਜੈਂਟ ਹੈ। ਮਤਲਬ ਆਇਲਸ ਨੂੰ ਇੰਨਾ ਉਹਨੂੰ ਐਜੂਕੇਸ਼ਨ ਲੈਵਲ ਦੇ ਨਾਲ ਇਦਾਂ ਦੇਖਣ ਲੱਗ ਗਏ ਵੀ ਆਇਲਸ ਵਾਲਾ ਬੰਦਾ ਬਹੁਤ ਇੰਟੈਲੀਜੈਂਟ ਹੁੰਦਾ। ਸਿੰਪਲ ਜਿਹਾ ਟ੍ਰੈਂਡ ਚੱਲ ਪਿਆ ਕਿ ਕੁੜੀ ਨੇ ਆਇਲਸ ਕਰਨਾ ਤੇ ਮੁੰਡੇ ਨੇ ਉਸ ਕੁੜੀ ਦੇ ਨਾਲ ਰਿਸ਼ਤਾ ਹੋਣਾ ਜਦੋਂ, ਤੇ ਮੁੰਡੇ ਵਾਲੇ ਨੇ ਖਰਚਾ ਕਰ ਦੇਣਾ ਤੇ ਉਹ ਦੋਨੇ ਬਾਹਰ ਚਲੇ ਜਾਣਗੇ। ਉਹਦੇ ਵਿੱਚ ਆਬਵੀਅਸਲੀ ਜਿਹੜਾ ਨੇ ਆਇਲਸ ਕੀਤਾ ਹੋਊਗਾ ਪਹਿਲਾਂ ਚਲੇ ਜਾਊਗਾ, ਜਿਹੜਾ ਮੁੰਡਾ ਉਹ ਬਾਅਦ ਚ ਜਾਂਦਾ। ਬਾਹਰ ਜਾ ਕੇ ਉਹਨੂੰ ਕੁੜੀ ਨੂੰ ਐਂ ਲੱਗਦਾ ਵੀ ਮੇਰੀ ਲਾਈਫ ਤਾਂ ਇੱਥੇ ਆ ਕੇ ਭਲਾ ਮੇਰੇ ਘਰਦਿਆਂ ਨੇ ਪੈਸੇ ਨਹੀਂ ਵੀ ਲਾਏ, ਮੁੰਡੇ ਵਾਲਿਆਂ ਨੇ ਲਾਏ ਆ, ਪਰ ਫਿਰ ਕਿੱਡੀ ਗੱਲ ਹੈ, ਪੈਸੇ ਤਾਂ ਮੈਂ ਕਮਾ ਕੇ ਮੂੰਹ ਤੇ ਮਾਰੂੰਗੀ ਉਹਨਾਂ ਦੇ, ਮੈਂ ਉਹਦੀਆਂ ਗੱਲਾਂ ਜ਼ਰੂਰੀ ਸੁਣਨੀਆਂ ਨੇ। ਟ੍ਰੈਂਡ ਹੀ ਗਲਤ ਚੱਲ ਪਿਆ, ਬੜਾ ਜ਼ਿਆਦਾ ਗਲਤ ਟ੍ਰੈਂਡ ਆ ਵੀ 12ਵੀਂ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਆਪਸ ਦੇ ਵਿੱਚ ਸ਼ਾਦੀ ਕਰ ਦਿੰਦੇ ਹੋ ਔਰ ਬਾਅਦ ਜਾ ਕੇ ਇਹਨਾਂ ਤੋਂ ਇਹ ਐਕਸਪੈਕਟ ਕਰਦੇ ਹੋ ਵੀ ਇਹ ਨਿਭਾਉਣ ਵੀ ਬਹੁਤ ਵਧੀਆ। ਫਿਰ ਉਹ ਤਾਂ ਕੋਈ ਸੂਰਮਾ ਹੀ ਹੁੰਦਾ ਜਾਂ ਸੱਚੇ ਮੁੱਚੇ ਚੰਗੇ ਪਰਵਰਿਸ਼ ਵਾਲਾ ਜਾਂ ਛੋਟੀ ਉਮਰ ਦੇ ਵਿੱਚ ਜਿਹੜੇ ਮੈਚੁਰ ਹੋ ਜਾਂਦੇ ਉਹ ਹੁੰਦੇ, ਅਦਰਵਾਈਜ਼ ਇਹ ਸੰਭਾਲਣਾ ਬਹੁਤ ਔਖਾ। ਜਿਹੜੀ ਕੁੜੀ ਨੂੰ ਜਾਂ ਜਿਹੜੇ ਮੁੰਡੇ ਨੂੰ 12ਵੀਂ ਤੱਕ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ, 12ਵੀਂ ਤੋਂ ਬਾਅਦ ਕਿੱਥੇ ਪਤਾ ਲੱਗਦਾ, ਜਿਹੜੇ ਕੁੜੀ ਮੁੰਡੇ ਨੂੰ 12ਵੀਂ ਤੋਂ ਬਾਅਦ ਇਹ ਨਹੀਂ ਪਤਾ ਲੱਗਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰੀਅਰ 'ਚ ਕੀ ਕਰਨਾ ਹੈ, ਉਹ ਵਿਆਹ ਤੋਂ ਬਾਅਦ ਕੀ ਕਰੂਗੀ। ਕਈ ਰਿਸ਼ਤੇ ਮੈਂ ਐਸੇ ਵੀ ਦੇਖੇ ਨੇ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਘੱਟ ਉਮਰ ਦੇ ਵਿੱਚ ਹੋ ਜਾਂਦੇ ਨੇ, ਬਾਹਰ ਨਹੀਂ ਜਾਂਦੇ ਬੇਸ਼ੱਕ, ਇੱਥੇ ਹੁੰਦੇ ਨੇ, ਫਿਰ ਉਹ ਨਿਭ ਜਾਂਦੇ ਨੇ। ਕਿ ਉੱਥੇ ਵੀ ਫਿਰ ਏਜ ਫੈਕਟਰ ਕੰਮ ਕਰਦਾ। ਜੋ ਮੇਰੇ ਹਿਸਾਬ ਦੇ ਨਾਲ ਐਜੂਕੇਸ਼ਨ ਉਹ ਹੁੰਦੀ ਹੈ ਕਿ ਤੁਸੀਂ ਜਿਵੇਂ ਆਪਾਂ ਵਿਆਹ ਦੀ ਗੱਲ, ਤੁਸੀਂ ਇੱਕ ਵਿਆਹ ਕਰਾ ਲਿਆ, ਉਹਨੂੰ ਨਿਭਾ ਸਕੋ, ਤੁਹਾਡੀ ਐਜੂਕੇਸ਼ਨ ਹੈ। ਆਇਲਸ ਦੇ 7 ਬੈਂਡ ਐਜੂਕੇਸ਼ਨ ਨਹੀਂ ਹੈ। ਤੁਸੀਂ ਆਇਲਸ ਦੇ 7 ਬੈਂਡ ਲੈ ਕੇ ਬਾਹਰ ਚਲੇ ਗਏ, ਉਦੋਂ ਬਾਅਦ ਤੁਸੀਂ ਚਲੇ ਤਲਾਕ ਤੇ ਗਏ, ਫਿਰ ਕੀ ਐਜੂਕੇਸ਼ਨ ਰਹਿ ਗਈ। ਬਾਹਰ ਜਾ ਕੇ ਹੁਣ ਏਮ ਇੰਨਾ ਕਿ ਛੋਟਾ ਕਰ ਲਿਆ, ਬਸ ਇੱਕ ਆਈਫੋਨ ਲੈਣਾ, ਹੱਥ ਦੇ ਵਿੱਚ ਇੱਕ ਆਈਫੋਨ ਹੋਣਾ ਚਾਹੀਦਾ, ਇੱਕ 골ਡ ਚੇਨ ਹੋਣੀ ਚਾਹੀਦੀ ਹੈ, ਆਪਣੇ ਕੋਲ ਗੱਡੀ ਹੋਣੀ ਚਾਹੀਦੀ ਹੈ, PR ਚਾਹੇ ਹੋਵੇ ਵੀ ਨਾ ਹੋਵੇ, ਬਸ ਪਿੰਡ ਵਾਲਿਆਂ ਨੂੰ ਦਿਖਾ ਦੇਣਾ ਵੀ ਭਾਈ ਸਾਡਾ ਮੁੰਡਾ ਬਾਹਰ ਗਿਆ, ਸੈੱਟ ਹੈ, ਵੀ ਆਈਫੋਨ ਰੱਖਿਆ ਹੋਇਆ, ਵਧੀਆ ਪੈਸੇ ਕਮਾਉਂਦਾ ਹੈ। ਬਸ ਇੰਨਾ ਕੀ ਏਮ ਰਹਿ ਗਿਆ ਵੀ ਇੰਨੇ ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਵੀ ਦਿਹਾੜੀਆਂ ਕਰਨੀ। ਮੇਰੀ ਮਾਪਿਆਂ ਨੂੰ ਇਹ ਬੇਨਤੀ ਹੈ ਵੀ ਘੱਟੋ ਘੱਟ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ 12ਵੀਂ ਤੋਂ ਬਾਅਦ ਵਿਆਹੁਣ ਵਾਲਾ ਕੰਮ ਖਤਮ ਕਰੋ। ਜਿਹੜਾ ਇਹ ਟ੍ਰੈਂਡ ਚੱਲਿਆ ਹੋਇਆ ਵੀ ਆਇਲਸ ਕੁੜੀ ਆਇਲਸ ਕਰੂਗੀ, ਮੁੰਡਾ ਪੈਸੇ ਲਾਊਗਾ, ਇਸ ਚੀਜ਼ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ। ਬਹੁਤ ਹੀ ਘਟੀਆ ਸੋਚ ਹੈ ਇਹ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਤੇ ਕਈ ਵਾਰ ਐਸੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ, ਇੱਕ ਵਾਰ ਬੰਦੇ ਦੇ ਦਿਲ ਨੂੰ ਝਟਕਾ ਲੱਗ ਜਾਂਦਾ ਹੈ। ਯੂਥ ਦੀ ਗੱਲ ਕਰਦਾ, ਯੂਥ ਨੂੰ ਇੱਕ ਥੰਮ ਮੰਨਿਆ ਜਾਂਦਾ ਇੱਕ ਦੇਸ਼ ਦਾ, ਪਰ ਅੱਜ ਕੱਲ੍ਹ ਪੰਜਾਬ ਦਾ ਯੂਥ ਜਿਹੜਾ ਖਾਸ ਕਰਕੇ ਬਾਹਰ ਜਾਣ ਨੂੰ ਬੜਾ ਕਾਹਲਾ ਆ। ਬਸ ਇੱਕ ਟ੍ਰੈਂਡ ਜਿਹਾ ਹੀ ਬਣ ਲਓ, ਸਮਝ ਲਓ ਕਿ ਟ੍ਰੈਂਡ ਜਿਹਾ ਬਣ ਗਿਆ ਕਿ 12ਵੀਂ ਕੀਤੀ ਤੇ ਬਾਅਦ ਦੇ ਵਿੱਚ ਅਸੀਂ ਬਾਹਰ ਚਲ ਗਏ, ਜਾਂ ਇੱਕ ਸੌਖਾ ਤਰੀਕਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੋਕ ਡੌਂਕੀਆਂ ਲਾ ਕੇ ਵੀ ਬਾਹਰ ਜਾਂਦੇ ਨੇ, 2 ਨੰਬਰ ਦੇ ਵਿੱਚ ਬਾਹਰ ਜਾਂਦੇ ਨੇ। ਇੱਕ ਹੋਰ ਸੌਖਾ ਤਰੀਕਾ ਹੁਣ ਜਿਹੜਾ ਆ ਕਹਿ ਦਿੱਤੇ ਜਾਂਦੇ ਨੇ ਕਿ 1 ਨੰਬਰੀ ਹੈ, ਓਰੀਜਨਲ ਡਾਕੂਮੈਂਟ ਸਾਰੇ ਕੁਝ ਲੱਗਦੇ ਨੇ, ਪਰ ਕਿਤੇ ਨਾ ਕਿਤੇ ਜਿਹੜਾ ਆ ਉਹਦੇ ਵਿੱਚ ਵੀ ਰਿਸਕ ਦਾ ਫੈਕਟਰ ਬਹੁਤ ਹੈ। ਉਹ ਹੈ ਸਪਾਊਸ ਵੀਜ਼ਾ। ਸਪਾਊਸ ਵੀਜ਼ੇ ਦੇ ਵਿੱਚ ਕੀ ਹੁੰਦਾ ਹੈ ਵੀ ਆਪਾਂ ਵਿਆਹ ਕਰਾ ਲੈਂਦੇ ਹਾਂ, ਆਪਾਂ ਕੁੜੀ ਕੋਈ ਆਇਲਸ ਵਧੀਆ ਕੀਤੀ ਹੋਈ ਲੱਭ ਲੈਂਦੇ ਹਾਂ, ਉਹਦੇ ਵਿੱਚ ਪੈਸਾ ਜਿਹੜਾ ਆ ਮੁੰਡਾ ਪਰਿਵਾਰ ਜਿਹੜਾ ਲਾ ਦਿੰਦਾ ਆ ਵੀ ਤਾਂ ਕਿ 6 ਮਹੀਨੇ ਬਾਹਰ ਜਾ ਕੇ ਸਾਡਾ ਜਿਹੜਾ ਮੁੰਡਾ ਆ ਭਾਈ ਕੈਨੇਡਾ ਦੇ ਵਿੱਚ ਜਿਹੜਾ ਸੈੱਟ ਹੋ ਜਾਊਗਾ, ਉਹਦਾ ਸੁਪਨਾ ਜਿਹੜਾ ਕੈਨੇਡਾ ਜਾਣ ਦਾ ਪੂਰਾ ਹੋ ਜਾਊਗਾ। ਪਰ ਸੋਸ਼ਲ ਮੀਡੀਆ ਤੇ ਹਾਲ ਹੀ ਦੇ ਵਿੱਚ ਇੱਕ ਖਬਰ ਚੱਲ ਰਹੀ ਜਿਸ ਦੇ ਵਿੱਚ ਇੱਕ ਮੁੰਡਾ ਸੀ, ਉਹਨਾਂ ਦਾ ਵਿਆਹ ਹੋਇਆ, ਉਹ ਕੁੜੀ ਬਾਹਰ ਚਲੇਗੀ, ਉਹਨੂੰ ਬੁਲਾਇਆ ਨਹੀਂ, 2 ਸਾਲ ਉਹਨਾਂ ਦੀ ਗੱਲ ਨਹੀਂ ਹੋਈ ਤੇ ਮੁੰਡਾ ਆਖਰ ਦੇ ਵਿੱਚ ਉਸਨੇ ਹਾਰ ਕੇ ਸੁਸਾਈਡ ਕਰ ਲਿਆ। ਐਸੀਆਂ ਖਬਰਾਂ ਬੜੀਆਂ ਵਾਇਰਲ ਹੋ ਜਾਂਦੀਆਂ ਨੇ। ਇਹ ਮੁੱਦਾ ਬਹੁਤ ਹੌਟ ਹੈ, ਪਰ ਇਸ ਤੇ ਗੱਲਬਾਤ ਬਹੁਤ ਘੱਟ ਲੋਕ ਕਰਦੇ ਨੇ। ਕੀ ਕਾਰਨ ਹੈ? ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਅੱਜ ਮੇਰੇ ਨਾਲ ਮੇਰਾ ਸਾਥ ਦੇਣਗੇ ਬਾਈ ਗੁਰਪਾਲ ਸਿੰਘ ਬਰਾੜ। ਆਪਾਂ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਕਿ ਕੀ ਕਾਰਨ ਮੰਨਦੇ ਨੇ ਕਿ ਇਸ ਚੀਜ਼ ਨੂੰ ਇੰਨਾ ਬੜਾਵਾ ਦਿੱਤਾ ਕਿਉਂ ਜਾਂਦਾ। ਹੋਰ ਵੀ ਕਾਫੀ ਜਿਹੜੇ ਸਵਾਲ ਨੇ ਆਪਾਂ ਉਹਨਾਂ ਨਾਲ ਕਰਾਂਗੇ। ਸਭ ਤੋਂ ਪਹਿਲਾਂ ਵੀਰੇ ਦਾ ਸਵਾਗਤ ਕਰਦੇ ਹਾਂ। ਵੀਰੇ ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਥੈਂਕ ਯੂ। ਸਭ ਤੋਂ ਪਹਿਲਾ ਸਵਾਲ ਬਾਈ ਇਹ ਹੋਊਗਾ, ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਮੈਂ ਗੱਲ ਕੀਤੀ ਆ ਖਬਰ ਅੱਜ ਕੱਲ੍ਹ ਬੜੀ ਚੱਲ ਰਹੀ ਹੈ। ਸ਼ੁਰੂਆਤ ਕਰਦੇ ਹਾਂ ਆਪਾਂ। ਇੱਕ ਮੁੰਡਾ ਸੀਗਾ ਜਿਸ ਦੀ ਮੈਰਿਜ ਹੋਈ ਸੀ, ਨਵਾਂ ਹਜੇ 18-19 ਸਾਲ ਦੀ ਏਜ ਸੀਗੀ, 18 ਆਪਾਂ ਨੂੰ ਹੁਣ ਅਡਲਟ ਮੰਨ ਲੈਂਦੇ ਹਾਂ। 18 ਤੋਂ ਬਾਅਦ ਵਿਆਹ ਹੋਇਆ, ਕੁੜੀ ਬਾਹਰ ਗਈ, 2 ਸਾਲ ਹੋ ਗਏ, ਗੱਲਬਾਤ ਘਟ ਗਈ, ਮੁੰਡੇ ਨੂੰ ਕਿਤੇ ਨਾ ਕਿਤੇ ਇਸ ਚੀਜ਼ ਫੀਲ ਹੋਣ ਲੱਗ ਗਈ ਵੀ ਮੇਰੇ ਨਾਲ ਗੱਲਬਾਤ ਨਹੀਂ ਹੁੰਦੀ, ਹਾਰ ਕੇ ਅੰਤ ਜਿਹੜਾ ਹੋਇਆ ਮੁੰਡੇ ਨੇ ਸੁਸਾਈਡ ਕਰ ਲਿਆ। ਵੀ ਜਿਹੜੇ ਇਹ ਕੇਸਿਸ ਨੇ ਇਹ ਹੁਣ ਇੰਨੇ ਵਧਣ ਕਿਉਂ ਲੱਗ ਗਏ? ਪਹਿਲਾਂ ਨਾ ਆਪਾਂ ਕਦੇ ਸੁਣਿਆ ਨਹੀਂ ਹੁੰਦਾ ਸੀਗਾ, ਜਾਂ ਸਪਾਊਸ ਵੀਜ਼ਾ ਨਹੀਂ ਆਪਾਂ ਸੁਣਿਆ ਸੀ, ਪਰ ਇਹ ਕੇਸ ਹੁਣ ਹੀ ਹਾਲ ਹੀ ਦੀ ਘੜੀ ਦੇ ਵਿੱਚ ਇੰਨੇ ਕਿਉਂ ਵੱਧ ਰਹੇ ਨੇ? ਅੱਛਾ, ਬੜਾ ਅੱਛਾ ਸਵਾਲ ਹੈ ਤੇ ਬੜੀ ਦੁੱਖ ਦੀ ਗੱਲ ਹੈ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਹੈ ਨਾ। ਜਦੋਂ ਕੁਛ ਕੁ ਸਮਾਂ ਪਹਿਲਾਂ ਵਿਆਹ ਹੋਇਆ ਹੋਵੇ, ਉਹਨਾਂ ਨੇ ਤਾਂ ਚਾਅ ਪੂਰੇ ਕਰਨੇ ਹੁੰਦੇ ਆ। ਫਿਰ ਜਿਹੜੇ ਮੰਨ ਲਓ ਵੀ ਅੱਜ ਕੱਲ੍ਹ ਮੈਂ ਇਸ ਗੱਲ ਨੂੰ ਇਹਦਾ ਜਵਾਬ ਦੇਣ ਦੇ ਲਈ ਸਾਨੂੰ ਸ਼ੁਰੂਆਤ ਤੋਂ ਜਾਣਾ ਪਏਗਾ। ਮੰਨ ਲਓ ਇਹ ਤੋਂ ਪਹਿਲਾਂ ਨਹੀਂ ਇਹ ਹੁੰਦਾ ਸੀ, ਹੁਣ ਸਾਰਾ ਪੰਜਾਬ ਤੇ ਅੱਧਾ ਹਰਿਆਣਾ ਇਹਦੇ ਵਿੱਚ ਇਹ ਟਰੈਂਡ ਚੱਲ ਪਿਆ ਕਿ ਕੀ ਕਰਦੇ ਨੇ ਕਿ ਜਿਹੜਾ ਆਇਲਸ ਹੈ ਨਾ, ਉਹਨੂੰ ਅਸੀਂ ਬਹੁਤ ਵੱਡਾ ਮੰਨਣ ਲੱਗ ਗਏ। ਪਹਿਲੀ ਗੱਲ ਤਾਂ ਜਿਹੜਾ ਆਇਲਸ ਨੂੰ ਅੱਜ ਮੰਨ ਲਓ ਤੁਸੀਂ 2 ਭਰਾ ਹੋ,
ਤੁਸੀਂ ਘਰ ਦੇ ਵਿੱਚ ਤੁਸੀਂ ਐਮਐਸਸੀ ਟੌਪ ਕੀਤੀ, ਬਹੁਤ ਚੰਗੇ ਤੁਸੀਂ ਮਤਲਬ ਬੜੇ ਪੜਨ ਵਾਲੇ ਬੱਚੇ ਹੋ। ਉਦੋਂ ਤੁਹਾਡੇ ਭਰਾ ਨੇ ਆਇਲਸ 7 ਬੈਂਡ ਲੈ ਲਏ, ਪਰ ਤੁਹਾਡੇ ਆਇਲਸ 6 ਬੈਂਡ ਰਹਿ ਗਏ। ਤਾਂ ਜਿਹੜੇ ਤੁਸੀਂ ਐਮਐਸਸੀ ਉਹਨੂੰ ਨਹੀਂ ਗਿਣਿਆ ਜਾਏਗਾ। ਲੋਕ ਕਹਿਣਗੇ ਵੀ ਜਿਹੜਾ ਆਇਲਸ ਕਰਦਾ ਹੈ ਉਹ ਬਹੁਤ ਇੰਟੈਲੀਜੈਂਟ ਹੈ। ਮਤਲਬ ਆਇਲਸ ਨੂੰ ਇੰਨਾ ਉਹਨੂੰ ਐਜੂਕੇਸ਼ਨ ਲੈਵਲ ਦੇ ਨਾਲ ਇਦਾਂ ਦੇਖਣ ਲੱਗ ਗਏ ਵੀ ਆਇਲਸ ਵਾਲਾ ਬੰਦਾ ਬਹੁਤ ਇੰਟੈਲੀਜੈਂਟ ਹੁੰਦਾ ਹੈ। ਜਿਹੜਾ ਇਹ ਫੈਕਟਰ ਆ ਗਿਆ, ਮੰਨ ਲਓ ਵੀ ਇਹ ਤਾਂ ਮੰਨਦੇ ਵੀ ਕਿਉਂਕਿ ਜਿਹੜਾ ਆਇਲਸ ਕਰ ਲਿਆ ਉਹ ਬਾਹਰ ਜਾ ਸਕਦਾ, ਜਿਹੜਾ ਬਾਹਰ ਜਾ ਵੜਿਆ ਉਹ ਕਾਮਯਾਬ ਹੈ। ਸੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਬਾਹਰ ਜਾਣ ਦਾ ਮਤਲਬ ਜਿਹੜਾ ਭੂਤ ਉਹ ਇੰਨਾ ਸਵਾਰ ਹੋ ਗਿਆ ਲੋਕਾਂ ਤੇ, ਲੋਕ ਇੰਨਾ ਜ਼ਿਆਦਾ ਸੋਚਣ ਲੱਗੇ ਬਾਹਰ ਜਾਣਾ। ਇਹਨਾਂ ਚੀਜ਼ਾਂ ਨੂੰ ਪਾਉਣ ਦੇ ਲਈ ਲੋਕ ਫਿਰ ਅਲੱਗ-ਅਲੱਗ ਤਰੀਕੇ ਅਪਣਾਉਂਦੇ ਨੇ। ਆਮ ਤੌਰ ਤੇ ਸਾਨੂੰ ਪਤਾ ਵੀ ਜਿਹੜੇ ਮੁੰਡੇ ਆ ਉਹ ਘੱਟ ਪੜ੍ਹਦੇ ਹੁੰਦੇ ਨੇ, ਕੁੜੀਆਂ ਜ਼ਿਆਦਾ ਪੜ੍ਹਦੀਆਂ ਹੁੰਦੀਆਂ। ਜਿਹੜੇ ਮੁੰਡੇ ਨੇ ਉਹਨਾਂ ਤੋਂ ਆਇਲਸ ਕਲੀਅਰ ਨਹੀਂ ਹੁੰਦਾ, ਇੰਗਲਿਸ਼ ਦੇ ਵਿੱਚ ਉਹਨਾਂ ਦਾ ਹੱਥ ਟਾਈਟ ਹੁੰਦਾ। ਕੁੜੀਆਂ ਆਇਲਸ ਕਰ ਲੈਂਦੀਆਂ ਨੇ। ਸਿੰਪਲ ਜਿਹਾ ਟ੍ਰੈਂਡ ਚੱਲ ਪਿਆ ਕਿ ਕੁੜੀ ਨੇ ਆਇਲਸ ਕਰਨਾ ਤੇ ਮੁੰਡੇ ਨੇ ਉਸ ਕੁੜੀ ਦੇ ਨਾਲ ਰਿਸ਼ਤਾ ਹੋਣਾ ਜਦੋਂ, ਤੇ ਮੁੰਡੇ ਵਾਲੇ ਨੇ ਖਰਚਾ ਕਰ ਦੇਣਾ ਤੇ ਉਹ ਦੋਨੇ ਬਾਹਰ ਚਲੇ ਜਾਣਗੇ। ਉਹਦੇ ਵਿੱਚ ਆਬਵੀਅਸਲੀ ਜਿਹੜੇ ਨੇ ਆਇਲਸ ਕੀਤਾ ਹੋਊਗਾ ਪਹਿਲਾਂ ਚਲੇ ਜਾਊਗਾ, ਜਿਹੜਾ ਮੁੰਡਾ ਉਹ ਬਾਅਦ ਚ ਜਾਂਦਾ ਹੈ। ਜਿਹੜੀ ਇਹ ਖਬਰ ਹੈ, ਇਹ ਖਬਰਾਂ ਦੇ ਆਉਣ ਦਾ ਇਹਨਾਂ ਦਿਨਾਂ ਦੇ ਵਿੱਚ ਵੱਡਾ ਕਾਰਨ ਤਾਂ ਵੈਸੇ ਵੀ ਹੈ ਕਿਉਂਕਿ ਕੁੜੀਆਂ ਪਹਿਲਾਂ ਬਾਹਰ ਚਲੇ ਗਈਆਂ, ਮੁੰਡੇ ਇੱਧਰ ਰਹਿ ਗਏ। ਵੈਸੇ ਵੀ ਉਹਨਾਂ ਦੀ ਫਾਈਲ ਬਹੁਤ ਔਖੀ ਲੱਗਦੀ ਹੈ, ਪਰ ਕਰਕੇ ਬਾਲੀ ਜ਼ਿਆਦਾ ਡਿਲੇ ਹੋਣ ਲੱਗ ਗਈ। ਉਹਨਾਂ ਦਾ ਜਿਹੜਾ ਆਪਸੀ ਡਿਫਰੈਂਸ ਹੈ ਨਾ, ਮਤਲਬ ਮੰਨ ਲਓ ਵੀ ਹੁਣ ਤੁਸੀਂ ਇੱਕ ਗੱਲ ਸੋਚ ਕੇ ਦੇਖੋ, ਆਪਾਂ ਛੋਟੀ ਜਿਹੀ ਕਿਸੇ ਤੇ ਅਹਿਸਾਨ ਕਰਦੇ ਆਪਾਂ ਉਹਦੀ ਕਹਿ ਦਿੰਦੇ ਹਾਂ ਤੂੰ ਮੇਰੇ ਕਰਕੇ ਕੀਤਾ ਇਦਾਂ, ਮੈਂ ਤੇਰੇ ਕਰਕੇ, ਤੂੰ ਮੇਰੇ ਕਰਕੇ ਐ ਹੋਇਆ। ਇਹਦੇ 'ਚ ਵੇਖੋ ਵੀ ਕਿੱਡੀ ਨਾ ਸਮਝੀ ਹੈ ਲੋਕਾਂ ਦੀ। ਚਲੋ ਕੁਛ ਵੀ ਚੱਲ ਗਿਆ, ਬੜੀ ਮਾੜੀ ਗੱਲ ਹੈ, ਤਰਾਸਦੀ ਹੈ, ਪਰ ਇੱਕ ਗੱਲ ਹੈ, ਮੰਨ ਲਓ ਕੁੜੀ ਨੇ ਆਇਲਸ ਕੀਤਾ ਤਾਂ ਮੁੰਡਾ ਆਇਲਸ ਕਰਕੇ ਬਾਹਰ ਗਿਆ, ਕੁੜੀ ਨੂੰ ਲੱਗਦਾ ਵੀ ਇਹ ਮੇਰੇ ਕਰਕੇ ਬਾਹਰ ਗਿਆ, ਅਹਿਸਾਨ ਜਿਹਾ ਹੋ ਜਾਂਦਾ। ਹਾਂ, ਕੁੜੀ ਨੇ ਆਇਲਸ ਕੀਤਾ ਪਰ ਕੁੜੀ ਕੋਲੇ ਪੈਸੇ ਨਹੀਂ ਹੈਗੇ, ਉਹਦੇ ਘਰ ਦੇ ਪੈਸੇ ਨਹੀਂ ਲਾਉਂਦੇ। ਮੁੰਡੇ ਨੇ ਪੈਸੇ ਲਾਏ, ਉਹ ਕੁੜੀ ਫਿਰ ਬਾਹਰ ਗਈ, ਕਹਿਣਾ ਵੀ ਅਸੀਂ ਤੇਰੇ ਤੇ ਪੈਸੇ ਲਾਏ ਤੇ ਮੁੰਡਾ ਕਹੂਗਾ ਵੀ ਤੂੰ ਮੇਰੇ ਕਰਕੇ ਬਾਹਰ ਗਈ। ਸਭ ਤੋਂ ਵੱਡਾ ਕਾਰਨ ਇਹ ਹੈ ਜਿਹੜਾ ਤੂੰ ਮੇਰੇ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਬਾਅਦ ਚ ਨਿੱਕੀਆਂ ਚੀਜ਼ਾਂ ਅੱਗੇ ਵੱਧ ਜਾਂਦੀਆਂ ਨੇ। ਔਰ ਇਹਦੇ ਵਿੱਚ ਬਹੁਤ ਵੱਡਾ ਕਾਰਨ ਹੈ ਕਿ ਮੰਨ ਲਓ ਜਦੋਂ ਕੁੜੀ ਬਾਹਰ ਚਲੀ ਜਾਂਦੀ ਹੈ, ਉਹਦੀ ਲਾਈਫ ਅੱਗੇ ਹੋਰ ਤਰੀਕੇ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ। ਮੁੰਡੇ ਉਸੇ ਚੀਜ਼ ਤੇ ਬੈਠੇ ਰਹਿੰਦੇ ਨੇ। ਹੌਲੀ ਇਹਨਾਂ ਚੀਜ਼ਾਂ ਨੇ ਮਤਲਬ ਇਹ ਤਲਾਕ ਵੱਲ ਜਾਂਦੀਆਂ ਨੇ, ਜਾਂ ਤਲਾਕ ਵੱਲ ਨਹੀਂ ਜਾਂਦੀਆਂ ਤਾਂ ਫਿਰ ਬਾਹਰ ਜਾ ਕੇ ਉਹਨੂੰ ਕੁੜੀ ਨੂੰ ਐਂ ਲੱਗਦਾ ਵੀ ਮੇਰੀ ਲਾਈਫ ਤਾਂ ਇੱਥੇ ਆ ਕੇ ਭਲਾ ਮੇਰੇ ਘਰਦਿਆਂ ਨੇ ਪੈਸੇ ਨਹੀਂ ਵੀ ਲਾਏ, ਮੁੰਡੇ ਵਾਲਿਆਂ ਨੇ ਲਾਏ ਹੈ, ਪਰ ਫਿਰ ਕਿੱਡੀ ਗੱਲ ਹੈ, ਪੈਸੇ ਤਾਂ ਮੈਂ ਕਮਾ ਕੇ ਮੂੰਹ ਤੇ ਮਾਰੂੰਗੀ ਉਹਨਾਂ ਦੇ, ਮੈਂ ਉਹਦੀਆਂ ਗੱਲਾਂ ਜ਼ਰੂਰੀ ਸੁਣਨੀਆਂ ਨੇ। ਇਸ ਕਰਕੇ ਉਹ ਆਪਸੀ ਵਿੱਚ ਤਕਰਾਰ ਪੈਦਾ ਹੋ ਜਾਂਦੇ ਨੇ, ਜਾਂ ਲੋਕ ਰਿਸ਼ਤੇਦਾਰ ਵਿੱਚ ਪੈ ਜਾਂਦੇ ਨੇ। ਕੋਈ ਐਂ ਤੂੰ ਉਹਦੀ ਸੈਣੀ ਹੈ ਕਾ, ਤੂੰ ਐ ਬਾਹਰਲੇ ਮਿੱਤਰ ਦੋਸਤ ਦੱਸਣ ਲੱਗ ਜਾਂਦੇ ਤੈਨੂੰ ਕੀ ਲੋੜ ਹੈ ਸਹਿਣ ਦੀ, ਤੇਰੇ ਕੋਲ ਪੈਸੇ ਹੈਗੇ ਆ। ਸੋ ਇਹਨਾਂ ਗੱਲਾਂ ਤੋਂ ਕਈ ਵਾਰੀ ਕੁੜੀਆਂ ਮਿਸਗਾਈਡ ਹੋ ਜਾਂਦੀਆਂ ਨੇ, ਤਾਂ ਉਹ ਹੌਲੀ ਇਹ ਚੀਜ਼ਾਂ ਤਲਾਕ ਕਿਤੇ ਨਾ ਕਿਤੇ ਬਾਈ ਇਹ ਲੋਕ ਨਾ ਇਹ ਸਿਆਣੇ ਅਕਸਰ ਕਹਿੰਦੇ ਨੇ ਵੱਧ ਪੜਿਆ ਲਿਖਿਆ ਵੀ ਮਾੜਾ ਆ, ਵੀ ਵੱਧ ਪੜ੍ਹ ਲਿਖਿਆ ਜਾਂਦਾ ਨਾ ਬੰਦਾ ਤਾਂ ਕਹਿੰਦੇ ਉਹਦੀ ਬੁੱਧੀ ਭ੍ਰਿਸ਼ਟ ਜੀ ਹੋ ਜਾਂਦੀ ਆ। ਬਜ਼ੁਰਗ ਆਪਣੇ ਅਕਸਰ ਇਹ ਗੱਲਾਂ ਕਰਦੇ ਨੇ। ਤੁਸੀਂ ਮੰਨਦੇ ਹੋ ਵੀ ਅੱਜ ਕੱਲ੍ਹ ਕਿਉਂਕਿ ਜਿਹੜੀ ਖਬਰਾਂ ਆਈਆਂ ਨੇ ਪਿਛਲੇ ਕੁਝ ਸਾਲਾਂ ਤੋਂ ਆਉਣ ਲੱਗੀਆਂ ਨੇ, ਜਿਵੇਂ ਹੁਣ ਚੱਲ ਰਹੀ ਹੈ, ਇਹ ਪਿਛਲੇ ਕੁਝ ਸਾਲਾਂ ਤੋਂ ਵੀ ਆਉਣ ਲੱਗੀਆਂ ਸੀਗੀਆਂ। ਬਜ਼ੁਰਗ ਇਸ ਚੀਜ਼ ਨੂੰ ਐਂ ਦੱਸਦੇ ਨੇ ਵੀ ਕਹਿੰਦੇ ਵੀ ਕੁੜੀ ਜਿਹੜੇ ਜਿਨ੍ਹਾਂ ਨੇ ਕੁਝ ਨਹੀਂ ਦੇਖਿਆ ਹੁੰਦਾ, ਜਿਨ੍ਹਾਂ ਨੂੰ ਇੱਕਦਮ ਜਿਹੜੇ ਸੜਕ ਤੇ ਸੌਂਦੇ ਨੇ, ਜੇ ਉਹਨੂੰ ਮਖਮਲੀ ਗੱਦਾ ਮਿਲ ਜੇ ਉਹ ਤਾਂ ਬਾਈ ਸਾੜਾ ਮਾਰੂਗਾ ਹੀ। ਵੀ ਉਹੀ ਕੰਮ ਤਾਂ ਨਹੀਂ ਹੈ ਕਿਤੇ ਵੀ, ਜਿਵੇਂ ਜਿਹੜੇ ਇੱਥੇ ਰਹਿੰਦੇ ਸੀ ਜਿਨ੍ਹਾਂ ਨੂੰ ਕੁਝ ਦਿਖਿਆ ਹੀ ਨਹੀਂ, ਇਹਨਾਂ ਨੇ ਕੁਝ ਦੁਨੀਆਦਾਰੀ ਦੇਖੀ ਨਹੀਂ, ਇੱਕਦਮ ਕੈਨੇਡਾ ਦੀ ਧਰਤੀ ਤੇ ਪੈਰ ਰੱਖ ਲੈਣਾ ਤੇ ਇੱਕਦਮ ਤਖਤਾ ਪਲਟ ਜਾਣਾ ਸਾਰੀ ਜ਼ਿੰਦਗੀ ਦਾ। ਕਿਤੇ ਨਾ ਕਿਤੇ ਇਹ ਵੀ ਕਾਰਨ ਹੈ। ਬਿਲਕੁਲ ਓਬਵੀਅਸਲੀ ਯਾਰ, ਆਪਣੇ ਨਾ ਪਤਾ ਕੀ ਹੁੰਦਾ, ਜਿਵੇਂ ਤੁਸੀਂ ਵੱਧ ਪੜ੍ਹੇ ਲਿਖੇ ਵਾਲੀ ਗੱਲ ਕੀਤੀ, ਉਹ ਹੁੰਦੇ ਜਿਹੜੇ ਜ਼ਿਆਦਾ ਕਿਤਾਬੀ ਕੀੜੇ ਹੋਣ। ਵੈਸੇ ਮੈਂ ਇਹ ਗੱਲ ਮੰਨਦਾ ਜਿਹੜਾ +2 ਕੀਤਾ ਹੋਇਆ ਬੱਚਾ, ਮੰਨ ਲਓ ਤੁਸੀਂ +2 ਤੱਕ ਤੁਹਾਡੀ ਉਮਰ 12ਵੀਂ ਤੱਕ ਉਮਰ ਹੁੰਦੀ ਹੈ, 18 ਤੋਂ ਵੱਧ ਤੋਂ ਵੱਧ 20 ਸਾਲ ਹੁੰਦੀ ਹੈ, ਵੱਧ ਤੋਂ ਵੱਧ 21 ਸਾਲ ਹੁੰਦੀ ਹੈ। ਫਿਰ 21 ਸਾਲ ਤੱਕ ਵੀ ਅਸੀਂ ਮੌਜਾਂ ਦੀਆਂ 'ਚ ਹੀ ਹੁੰਨੇ ਆ। ਜੇ ਤੁਸੀਂ 12ਵੀਂ ਕੀਤੀ ਹੋਈ ਹੈ ਤਾਂ ਮਤਲਬ ਤੁਹਾਡੀ ਉਮਰ 18 ਤੋਂ 20 ਸਾਲ ਦੇ ਵਿੱਚ 21 ਸਾਲ ਹੈ ਹਨਾ। ਉਦੋਂ ਤੁਹਾਡਾ ਵਿਆਹ ਹੋ ਜਾਊਗਾ, ਕਿਉਂਕਿ 12ਵੀਂ ਤੋਂ ਬਾਅਦ ਹੀ ਲੋਕ ਜ਼ਿਆਦਾਤਰ ਆਇਲਸ ਕਰਦੇ ਨੇ। ਕੁੜੀ ਦਾ ਵਿਆਹ ਹੋ ਜਾਊਗਾ, ਉਹ ਹਜੇ ਬਚਪਨ ਦੀਆਂ ਹਰਕਤਾਂ ਦੇ ਵਿੱਚ ਨੇ। ਉਦੋਂ ਆਹ ਜਿਹੜੀ ਤੁਸੀਂ ਗੱਲ ਕਹੀ ਉਹ ਹਜੇ ਚਾਚ ਨੇ ਵੀ ਇੱਕੋ ਦਮ ਹੋ ਸਕਦਾ ਖਿੱਲਰ ਜਾਣ ਬਾਹਰ ਜਾ ਕੇ, ਉਹਨਾਂ ਦੇ ਫੈਸਲੇ ਨਾਲ ਸਹੀ ਲਏ ਜਾਣ। ਉੱਥੇ ਫਿਰ ਇਹ ਚੀਜ਼ ਨੂੰ ਗਲਤ ਅਸੀਂ ਇਸ ਕਰਕੇ ਕਹਿੰਦੇ ਵੀ 12ਵੀਂ ਤੋਂ ਬਾਅਦ ਜਿਹੜਾ ਇਹ ਟ੍ਰੈਂਡ ਹੀ ਗਲਤ ਹੈ, ਸੋਚ ਹੀ ਗਲਤ ਹੈ ਵੀ ਇੱਕ ਕੁੜੀ ਨੂੰ ਆਇਲਸ ਕਰਵਾਓ, ਫਿਰ ਉਹ ਇੱਕ ਮੁੰਡਾ ਲੱਭੋ 12ਵੀਂ ਤੋਂ ਬਾਅਦ। ਕਿਉਂਕਿ ਓਬਵੀਅਸਲੀ ਗੱਲ ਹੈ ਵੀ ਤੁਸੀਂ ਇੱਕ ਤਾਂ ਦੂਜੇ ਦੇ ਲਈ ਅਹਿਸਾਨਮੰਦ ਕਰਦੇ ਹੋ। ਰਿਸ਼ਤਾ ਬਹੁਤ ਪਵਿੱਤਰ ਹੁੰਦਾ, ਪਰ ਇੱਕ ਦੂਜੇ ਲਈ ਮੈਂ ਤੇਰੇ ਲਈ ਕੀਤਾ ਇਹ ਗੱਲ ਆ ਜਾਂਦੀ ਹੈ, ਮੈਂ ਆ ਜਾਂਦੀ ਹੈ। ਦੂਸਰੀ ਗੱਲ, ਜਿਹੜੀ ਕੁੜੀ ਨੇ 12ਵੀਂ ਕੀਤੀ ਹੋਊਗੀ ਹਾਲੇ, ਉਹਦੀ ਕਿੰਨੀ ਕੁ ਸਮਝ ਹੋਊਗੀ। ਤੁਸੀਂ ਦੇਖੋ ਵੀ 12ਵੀਂ ਕੀਤੀ ਵਾਲੀ ਕੁੜੀ ਦੀ 20 ਸਾਲ ਉਮਰ ਹੈ, 20 ਸਾਲ ਉਸ ਮੁੰਡੇ ਦੀ ਉਮਰ ਹੈ। ਉਹ ਕਿਸੇ ਦੇ ਪਿੱਛੇ ਲੱਗਣ ਵਾਲੇ ਕਿੰਨੇ ਮਤਲਬ ਉਹ ਕਾਲੇ ਹੋਣਗੇ, ਜਾਂ ਕਿੰਨੇ ਚਾਂਸਸ ਹੋਣਗੇ ਵੀ ਕਿਸੇ ਦੇ ਪਿੱਛੇ ਲੱਗ ਜਾਣ, ਜਾਂ ਕਿੰਨੇ ਚਾਂਸਸ ਹੋਣਗੇ ਵੀ ਉਹ ਗਲਤ ਫੈਸਲਾ ਲੈ ਲੈਣ, ਕਿੰਨੇ ਚਾਂਸਸ ਹੋਣਗੇ ਵੀ ਉਹ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹ ਬਾਹਰਲੇ ਹਾਵ ਭਾਵ ਦੇਖ ਕੇ ਬਦਲ ਜਾਣ, ਖਿੱਲਰ ਜਾਣ ਤੇ ਉਹਨਾਂ ਤੋਂ ਫੈਸਲੇ ਸਹੀ ਨਾ ਹੋਣ। ਸੋ ਇਹ ਟ੍ਰੈਂਡ ਹੀ ਗਲਤ ਚੱਲ ਪਿਆ, ਬੜਾ ਜ਼ਿਆਦਾ ਗਲਤ ਟ੍ਰੈਂਡ ਆ ਵੀ 12ਵੀਂ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਆਪਸ ਦੇ ਵਿੱਚ ਸ਼ਾਦੀ ਕਰ ਦਿੰਦੇ ਹੋ, ਔਰ ਬਾਅਦ ਜਾ ਕੇ ਇਹਨਾਂ ਤੋਂ ਇਹ ਐਕਸਪੈਕਟ ਕਰਦੇ ਹੋ ਵੀ ਇਹ ਨਿਭਾਉਣ ਵੀ ਬਹੁਤ ਵਧੀਆ। ਫਿਰ ਉਹ ਤਾਂ ਕੋਈ ਸੂਰਮਾ ਹੀ ਹੁੰਦਾ, ਜਾਂ ਸੱਚੇ ਮੁੱਚੇ ਚੰਗੇ ਪਰਵਰਿਸ਼ ਵਾਲਾ, ਜਾਂ ਛੋਟੀ ਉਮਰ ਦੇ ਵਿੱਚ ਜਿਹੜੇ ਮੈਚੁਰ ਹੋ ਜਾਂਦੇ ਉਹ ਹੁੰਦੇ। ਅਦਰਵਾਈਜ਼ ਇਹ ਸੰਭਾਲਣਾ ਬਹੁਤ ਔਖਾ। ਜਿਨ੍ਹਾਂ ਦੇ ਤਲਾਕ ਨਹੀਂ ਵੀ ਹੋਏ ਨਾ, ਉਹ ਸਾਡੇ ਸਾਹਮਣੇ ਖਬਰਾਂ ਨਹੀਂ ਆਉਂਦੀਆਂ। ਬਹੁਤ ਸਾਰੇ ਤਲਾਕ ਹੋ ਜਾਂਦੇ ਸਾਡੇ ਸਾਹਮਣੇ, ਖਬਰਾਂ ਤਾਂ ਵੀ ਨਹੀਂ ਆਉਂਦੀਆਂ, ਪਰ ਜਿਨ੍ਹਾਂ ਦੇ ਨਹੀਂ ਵੀ ਹੋਏ ਉਹਨਾਂ ਦੇ ਆਪਸ ਦੇ ਵਿੱਚ ਵੀ ਬੜੇ ਰੌਲੇ ਚੱਲ ਰਹੇ ਨੇ। ਇਹ ਸਾਰੇ ਕਾਰਨ ਨੇ ਬਣਦੇ ਜਿਹੜੇ। ਕਿਤੇ ਨਾ ਕਿਤੇ ਕਾਰਨ ਇਹ ਵੀ ਮੰਨਦੇ ਹੋ ਵੀ ਏਜ ਫੈਕਟਰ,
18 ਸਾਲ ਦੀ ਉਮਰ ਕੋਈ ਵੱਡੀ ਉਮਰ ਨਹੀਂ ਹੁੰਦੀ। 12ਵੀਂ ਦੇ ਵਿੱਚ ਬੰਦਾ 18 ਸਾਲ ਦੇ ਵਿੱਚ ਹੁੰਦਾ ਆ, 12ਵੀਂ ਕਰ ਲਈ, 18 ਸਾਲ ਟੱਪ ਗਿਆ, ਉਸ ਤੋਂ ਬਾਅਦ ਆਪਾਂ ਉਹਨੂੰ ਆਇਲਸ ਕਰਾਤੀ, ਵਿਆਹ ਕਰਤਾ। ਇੱਕ ਉਹ ਉਮਰ ਜਦ ਉਹਨੂੰ ਦੁਨੀਆ ਦੀ ਸਮਝ ਆਉਣ ਲੱਗਦੀ ਆ, ਉਸ ਉਮਰ ਦੇ ਵਿੱਚ ਵਿਆਹ ਕਰ ਦੇਣਾ। ਤੁਹਾਨੂੰ ਲੱਗਦਾ ਵੀ ਇਹ ਵੀ ਕਾਰਨ ਹੈ, ਕਿਤਨੇ ਏਜ ਫੈਕਟਰ ਵੀ ਕੰਮ ਕਰਦਾ? ਅੱਛਾ, ਤੁਸੀਂ ਇਹ ਗੱਲ ਸੋਚੋ ਵੀ ਮੰਨ ਲਓ ਜੇ ਆਪਾਂ 12ਵੀਂ ਕੀਤੀ ਹੁੰਦੀ ਅੱਜ ਦੋਨਾਂ ਨੇ, ਤਾਂ 12ਵੀਂ ਤੋਂ ਬਾਅਦ ਨਾ ਤਾਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੁੰਦੇ, ਤਾਂ ਨਾ 12ਵੀਂ ਤੋਂ ਬਾਅਦ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ ਹੁੰਦਾ। ਕਿਉਂਕਿ ਅਸੀਂ 12ਵੀਂ ਤੱਕ ਸਿਰਫ ਇਹ ਪ੍ਰੂਵ ਕੀਤਾ ਵੀ ਸਾਨੂੰ ਪੜ੍ਹਨਾ ਤੇ ਲਿਖਣਾ ਆਉਂਦਾ ਹੈ, ਵੀ ਅਸੀਂ ਸਿਰਫ ਪੜ੍ਹ ਲਿਖ ਸਕਦੇ ਹਾਂ। 12ਵੀਂ ਤੋਂ ਬਾਅਦ ਹੀ ਤੈਅ ਹੁੰਦਾ ਵੀ ਅਸੀਂ ਕਰਨਾ ਕੀ ਹੈ। ਤੁਸੀਂ 12ਵੀਂ ਤੋਂ ਬਾਅਦ ਇਹਨਾਂ ਚੀਜ਼ਾਂ ਦੇ ਵਿੱਚ ਪੜ੍ਹਾਈ ਕੀਤੀ ਹੋਊਗੀ, ਫਿਰ ਤੁਹਾਡਾ ਜਾ ਕੇ ਜਰਨਲਿਜ਼ਮ ਦੇ ਵਿੱਚ ਇੰਟਰਸਟ ਬਣਿਆ ਹੋਊਗਾ। ਮੈਂ 12ਵੀਂ ਤੋਂ ਬਾਅਦ ਪੱਤਰਕਾਰੀ ਦੀ ਪੜ੍ਹਾਈ ਕੀਤੀ, ਤਾਂ ਕਰਕੇ ਮੈਂ ਜਰਨਲਿਸਟ ਬਣਿਆ। ਇਸ ਕਰਕੇ ਜਿਹੜੇ 12ਵੀਂ ਤੋਂ ਬਾਅਦ ਦੇ 2-3 ਸਾਲ ਹੁੰਦੇ, ਉਹਨਾਂ 'ਚ ਤਾਂ ਸਾਨੂੰ ਪਤਾ ਹੋਣ ਲੱਗਣਾ ਹੁੰਦਾ ਵੀ ਜ਼ਿੰਦਗੀ ਦੇ ਅਸੀਂ ਕਰਨਾ ਕੀ ਹੈ। ਉਸ ਤੋਂ ਬਾਅਦ ਸਾਨੂੰ ਇਹ ਹੁੰਦਾ ਵੀ ਹਾਂ ਹੁਣ ਮੈਂ ਜ਼ਿੰਦਗੀ 'ਚ ਆਹ ਕੁਛ ਕਰ ਲਿਆ, ਹੁਣ ਇਹਦੇ ਰਾਹੀਂ ਮੈਂ ਪੈਸੇ ਕਮਾਉਣੇ ਨੇ, ਆਪਣੀ ਜ਼ਿੰਦਗੀ ਸੈੱਟ ਕਰਨੀ ਹੈ। ਫਿਰ ਹੋ ਸਕਦਾ ਮੈਂ ਕੋਈ ਚੰਗੇ ਘਰ ਦੀ ਕੁੜੀ ਨੂੰ ਲੱਭਾਂ। ਹੁਣ ਉਹ ਸਾਰੀ ਚੀਜ਼ਾਂ ਤਾਂ ਮਿਸ ਹੀ ਹੋ ਗਈਆਂ, ਕਿਉਂਕਿ ਅਸੀਂ 12ਵੀਂ ਤੋਂ ਬਾਅਦ ਹੀ ਵਿਆਹ ਕਰਨ ਲੱਗੇ ਹਾਂ। ਈਵਨ ਕਿ ਜਦੋਂ 12ਵੀਂ ਤੱਕ ਤੁਹਾਡੀ ਕੁੜੀ ਦੀ ਉਮਰ ਬਹੁਤ ਛੋਟੀ ਹੈ, ਜਿਹੜੀ ਹਜੇ ਯਾਰ ਇੱਕ ਗੱਲ ਸਿੱਧੀ ਗੱਲ ਹੈ ਬਲ, ਜਿਹੜੀ ਕੁੜੀ ਨੂੰ ਜਾਂ ਜਿਹੜੇ ਮੁੰਡੇ ਨੂੰ 12ਵੀਂ ਤੱਕ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ, 12ਵੀਂ ਤੋਂ ਬਾਅਦ ਕਿੱਥੇ ਪਤਾ ਲੱਗਦਾ ਹੈ, ਜਿਹੜੇ ਕੁੜੀ ਮੁੰਡੇ ਨੂੰ 12ਵੀਂ ਤੋਂ ਬਾਅਦ ਇਹ ਨਹੀਂ ਪਤਾ ਲੱਗਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰੀਅਰ 'ਚ ਕੀ ਕਰਨਾ ਹੈ, ਉਹ ਵਿਆਹ ਤੋਂ ਬਾਅਦ ਕੀ ਕਰੂਗੀ। ਉਹਦਾ ਤੁਸੀਂ ਉਹ 12ਵੀਂ ਤੱਕ ਹੀ ਵਿਆਹ ਕਰ ਦਿੰਦੇ ਹੋ। 12ਵੀਂ ਤੋਂ ਬਾਅਦ ਘੱਟੋ ਘੱਟ 3 ਸਾਲ ਨਹੀਂ ਤਾਂ 5 ਸਾਲ ਮਾਸਟਰ ਡਿਗਰੀ ਵੀ ਹੋਣੀ ਚਾਹੀਦੀ ਹੈ। ਘੱਟੋ ਘੱਟ 3 ਸਾਲ ਉਹਨੂੰ ਡਿਗਰੀ ਕਰਨ ਦਾ ਸਮਾਂ ਦੇਣਾ ਚਾਹੀਦਾ। ਡਿਗਰੀ ਕਰਦੀ ਦੀ ਉਹਦੀ ਉਮਰ ਵੀ ਤੈਅ ਹੋ ਜਾਂਦੀ ਹੈ, ਉਮਰ ਵੀ ਪੂਰੀ ਹੋ ਜਾਂਦੀ ਹੈ, ਉਦੋਂ ਤੱਕ ਉਹਦਾ ਕਰੀਅਰ ਵੀ ਤੈਅ ਹੋ ਜਾਂਦਾ ਤੇ ਉਹਦਾ ਮਾਈਂਡ ਵੀ ਤੈਅ ਹੋ ਜਾਂਦਾ ਵੀ ਮੈਂ ਆਪਦਾ ਘਰ ਵਸਾ ਸਕਦੀ ਹਾਂ। ਕਿਉਂਕਿ ਉਦੋਂ ਤੱਕ ਉਹ ਬਹੁਤ ਲੋਕਾਂ ਨੂੰ ਵਿਚਰ ਚੁੱਕੀ ਹੁੰਦੀ ਹੈ, ਉਹਨੂੰ ਆਪਦਾ ਕਰੀਅਰ ਵੀ ਤੈਅ ਹੋ ਜਾਂਦਾ, ਉਹਨੂੰ ਐਂ ਵੀ ਪਤਾ ਲੱਗ ਜਾਂਦਾ ਵੀ ਕਿੰਨੇ ਲੋਕ ਨੇ ਕਾਲਜ ਲਾਈਫ 'ਚ ਜਾ ਕੇ ਵੀ ਕੀ ਕੁਛ ਹੋ ਰਿਹਾ, ਕਿਵੇਂ ਮੈਂ ਆਪਦਾ ਘਰ ਵਸਾਉਣਾ। 12ਵੀਂ ਤੱਕ ਤਾਂ ਸਾਨੂੰ ਵੈਸੇ ਚਾਹ ਹੁੰਦੇ ਆ, ਕੁੜੀਆਂ ਨੂੰ ਐਂ ਚਾਹ ਹੁੰਦਾ ਵੀ ਹਾਏ ਮੈਂ ਆਪਦੇ ਵਿਆਹ ਤੇ ਕੀ ਲਹਿੰਗਾ ਪਾਉਂਗੀ, ਉਹ ਪਾਉਂਗੀ, ਹਨਾ। ਉਹ ਮੈਚੋਰਿਟੀ ਨਹੀਂ ਨਾ ਹੁੰਦੀ। ਉਸ ਤੋਂ ਬਾਅਦ ਜਦੋਂ ਡਿਗਰੀ ਕਰਦਾ ਜਾਂ ਸਾਡੀ ਉਮਰ 25 ਸਾਲ ਤੱਕ ਹੋ ਜਾਂਦੀ, ਉਦੋਂ ਨੈਚੁਰਲ ਹੈ ਇਹ 25 ਸਾਲ ਤੱਕ ਉਮਰ ਹੋ ਜਾਂਦੀ ਸਾਡੀ, ਉਦੋਂ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ ਵੀ ਹਾਂ ਕਿ ਲਹਿੰਗੇ ਤਾਂ ਚਲੋ ਠੀਕ ਹੈ, ਸੋਹਣੇ ਪਾਉਣੇ ਆ, ਵਿਆਹ ਤੇ ਠੀਕ ਹੈ, ਪਰ ਮੈਂ ਆਪਣੇ ਘਰ ਵਾਲੇ ਨੂੰ ਖੁਸ਼ ਕਿਵੇਂ ਰੱਖਣਾ ਹੈ। ਇੱਕ ਮੁੰਡਾ ਇਹ ਸੋਚਣ ਲੱਗ ਜਾਂਦਾ, 12ਵੀਂ 'ਚ ਥੋੜ੍ਹਾ ਸੋਚੇਗਾ ਮੁੰਡਾ ਵੀ ਮੈਂ ਆਪਣੀ ਘਰ ਵਾਲੀ ਤੇ ਆਪਣੀ ਮਾਂ ਦੇ ਵਿਚਾਲੇ ਬੈਲੈਂਸ ਕਿਵੇਂ ਬਣਾ ਕੇ ਰੱਖਣਾ। ਉਹ ਇਹ ਗੱਲਾਂ ਨਹੀਂ ਸੋਚ ਸਕਦਾ, ਉਹਨੂੰ ਤਾਂ ਐਂ ਚਾਅ ਜਾ ਹੋਊਗਾ ਵੀ ਵਿਆਹ ਕਰਾਵਾਂਗੇ, ਬਾਹਰ ਜਾਵਾਂਗੇ। ਜਦੋਂ ਡਿਗਰੀ ਕੀਤੀ ਹੋਊਗੀ, ਉਹਦੀ ਉਮਰ 25 ਸਾਲ ਤੱਕ ਹੋ ਜਾਊਗੀ, ਉਦੋਂ ਤੱਕ ਉਹ ਸੋਚੇਗਾ ਵੀ ਹਾਂ ਯਾਰ ਮੇਰੀ ਕੱਲ੍ਹ ਨੂੰ ਮੇਰਾ ਵਿਆਹ ਹੋਊਗਾ ਤਾਂ ਮੇਰੀ ਮਾਂ ਤੇ ਮੇਰੀ ਵਾਈਫ ਦਾ ਆਪਸ ਜਿਵੇਂ ਨੂੰਹ ਸੱਸ ਦਾ ਰੌਲਾ ਹੁੰਦਾ ਨਹੀਂ ਪੈਣਾ ਚਾਹੀਦਾ। ਕੱਲ੍ਹ ਨੂੰ ਮੇਰੀ ਵਾਈਫ ਹੈ ਜਿਹੜੀ, ਉਹ ਕਿਸੇ ਗੱਲੋਂ ਭੁੱਖੀ ਨਾ ਰਵੇ, ਉਹਦੀ ਕੋਈ ਡਿਮਾਂਡ ਹੋਵੇ। ਕੱਲ੍ਹ ਨੂੰ ਮੇਰੇ ਬੱਚੇ ਹੋਣਗੇ, ਜਦੋਂ 25 ਸਾਲ ਦੀ ਉਮਰ ਹੋਗੀ, 26 ਸਾਲ 'ਚ ਮੇਰੇ ਬੱਚੇ ਹੋਣਗੇ, ਤਾਂ ਉਹ ਐਸਾ ਕੁਛ ਨਾ ਹੋਵੇ ਕਿ ਉਹ ਬੱਚੇ ਭੁੱਖੇ ਮਰ ਜਾਣ। ਇੱਕ ਬੜੀ ਇੰਪੋਰਟੈਂਟ ਗੱਲ ਤੁਹਾਨੂੰ ਦੱਸਦਾ ਕਿ ਮੰਨ ਲਓ ਸਾਡੇ 12ਵੀਂ ਤੋਂ ਬਾਅਦ ਵਿਆਹ ਹੋ ਗਿਆ 21 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਸਾਡੇ ਪੰਜਾਬੀ ਕਲਚਰ ਦੇ ਵਿੱਚ, ਇੰਡੀਅਨ ਕਲਚਰ ਦੇ ਵਿੱਚ ਹੀ ਕਹਿ ਲਓ ਕਿ ਜਦੋਂ ਸਾਡੇ ਵਿਆਹ ਹੋ ਜਾਂਦਾ ਨਾ, ਅਗਲੇ ਸਾਲ ਬੱਚਾ ਲੈਣਾ ਪੈਂਦਾ। ਬਿਲਕੁਲ, ਜੇ ਬੱਚਾ ਸਾਲ ਦੇ ਅੰਦਰ ਜੇ ਬੱਚਾ ਨਾ ਲਈਏ ਤਾਂ ਘਰ ਦੇ ਵੀ ਤਾਨੇ ਮਾਰਨ ਲੱਗ ਜਾਂਦੇ, ਨਹੀਂ ਤਾਂ ਸਮਾਜ ਮਾਰਨ ਲੱਗ ਜਾਂਦਾ ਵੀ ਇਹਨੂੰ ਕੋਈ ਪ੍ਰੋਬਲਮ ਹੈ, ਕਮਜ਼ੋਰੀ ਹੈ ਕੋਈ, ਹਨਾ। ਇਹੋ ਜਿਹੀਆਂ ਕਈ ਚੀਜ਼ਾਂ ਸਾਹਮਣੇ ਕਰਨਾ ਪੈਂਦੀਆਂ, ਫਿਰ ਬੰਦਾ ਡਿਪਰੈਸ਼ਨ ਚਲੇ ਜਾਂਦਾ। ਹੁਣ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਇੱਕ ਬੰਦਾ ਜਿਹੜਾ ਆਪ ਹਜੇ ਬਚਪਨ ਦੀਆਂ ਹਰਕਤਾਂ ਦੇ ਵਿੱਚ ਹੈ, ਆਪ ਹੋਣਾ ਵੀ ਚਾਹੀਦਾ 20-21 ਸਾਲ ਤੱਕ ਤੁਸੀਂ ਮੌਜਾਂ ਮਾਰੋ, ਹਨਾ। ਬਚਪਨ ਨਹੀਂ ਕਹਿ ਸਕਦਾ ਵੀ ਚਲੋ ਜਵਾਨੀ ਦੇ ਚਾਅ ਦੇ ਵਿੱਚ, ਹਨਾ, ਉਹਨੂੰ ਆਪਦੇ ਸ਼ੌਂਕ ਪੂਰੇ ਕਰਨ ਨਾਲ ਹੈ। ਉਸਨੂੰ ਇੱਕ ਬਾਪ ਦਾ ਰੁਤਬਾ, ਤੇ ਉਹਨੂੰ ਬਾਪ ਬਣ ਗਿਆ ਤੇ ਉਹ ਕਿਵੇਂ ਪੂਰੇ ਕਰੇਗਾ? ਉਹ ਨਾ ਹੀ ਉਹ ਸੋਚ ਸਕਦਾ, ਉਹਦੇ ਤੇ ਤਾਂ ਬਹੁਤ ਵੱਡਾ ਬੋਝ ਪੈ ਜਾਊਗਾ। ਫਿਰ ਉਹ ਇੱਕ ਤੂੰ ਸੰਭਾਲ, ਤੂੰ ਨਹੀਂ ਕੁਛ ਕਰਦੀ, ਮੈਂ ਤੂੰ ਨਹੀਂ ਕੁਛ ਕਰਦਾ, ਐਵੇਂ ਚੱਕਰਾਂ ਦੇ ਵਿੱਚ ਬਹੁਤ ਸਾਰੇ ਤਲਾਕਾਂ। ਪਰ ਕਈ ਜਿਵੇਂ ਹੁਣ ਡੇਟ ਏਜ ਫੈਕਟਰ ਦੀ ਗੱਲ ਕੀਤੀ, ਕਈ ਰਿਸ਼ਤੇ ਮੈਂ ਐਸੇ ਵੀ ਦੇਖੇ ਨੇ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਘੱਟ ਉਮਰ ਦੇ ਵਿੱਚ ਹੋ ਜਾਂਦੇ ਨੇ, ਬਾਹਰ ਨਹੀਂ ਜਾਂਦੇ ਬੇਸ਼ੱਕ, ਇੱਥੇ ਹੁੰਦੇ ਨੇ, ਫਿਰ ਉਹ ਨਿਭ ਜਾਂਦੇ ਨੇ, ਕਿ ਉੱਥੇ ਵੀ ਫਿਰ ਏਜ ਫੈਕਟਰ ਕੰਮ ਕਰਦਾ? ਹਾਂ, ਇਹ ਬੜਾ ਚੰਗਾ ਸਵਾਲ ਹੈ ਤੁਹਾਡਾ। ਮੰਨ ਲਓ ਵੀ ਇਹ ਜਿਹੜੀ ਮੈਂ ਗੱਲ ਕਹੀ ਵੀ ਏਜ ਫੈਕਟਰ ਦਾ ਚੱਕਰ ਹੈ, ਪਰ ਉੱਥੇ ਤੁਸੀਂ ਇਹ ਗੱਲ ਕਹੋ ਵੀ ਜਿਹੜੇ ਉਮਰ ਵਾਲੇ ਰਿਸ਼ਤੇ ਹੁੰਦੇ, ਘੱਟ ਉਮਰ ਦੇ ਰਿਸ਼ਤੇ ਜੇ ਇੰਡੀਆ 'ਚ ਹੋ ਜਾਣ ਉਹ ਤਾਂ ਨਿਭ ਜਾਂਦੇ ਆ, ਬਾਹਰ ਜਾ ਕੇ ਕਾਹਤੋਂ ਟੁੱਟਦੇ ਆ? ਬੜਾ ਸੋਹਣਾ ਸਵਾਲ ਹੈ। ਇਹਦਾ ਇੱਕ ਬੜਾ ਵੱਡਾ ਫੈਕਟਰ ਤੁਹਾਨੂੰ ਮੈਂ ਦੱਸਦਾ। ਮੰਨ ਲਓ ਵੀ ਇੱਕ ਕੁੜੀ ਤੇ ਇੱਕ ਮੁੰਡਾ ਹੈ, ਉਹਨਾਂ ਦਾ ਆਪਸੀ ਇੱਧਰ ਕੋਈ ਰਿਸ਼ਤਾ ਸੀ, ਜਾਂ ਵਿਆਹ ਹੋ ਗਿਆ, ਜਾਂ ਇੰਗੇਜਮੈਂਟ ਹੋ ਗਈ, ਜਾਂ ਉਹਨਾਂ ਦਾ ਕੋਈ ਵੈਸੇ ਰਿਲੇਸ਼ਨਸ਼ਿਪ ਹੈ, ਹਨਾ, ਲਵ ਰਿਲੇਸ਼ਨਸ਼ਿਪ ਹੈ। ਉਹਨਾਂ ਜਦੋਂ ਮੰਨ ਲਓ ਵੀ ਮੁੰਡਾ ਇੱਧਰ ਰਹਿ ਗਿਆ, ਕੁੜੀ ਬਾਹਰ ਚਲੇ ਗਈ, ਉਦੋਂ ਕੀ ਹੁੰਦਾ? ਬਾਹਰ ਜਾ ਕੇ ਪ੍ਰੈਕਟੀਕਲ ਜੀ ਗੱਲ ਦੱਸਦਾ ਮੈਂ, ਕੋਈ ਸੋਚ ਵਿਚਾਰ ਵਾਲੀ ਗੱਲ ਨਹੀਂ, ਪ੍ਰੈਕਟੀਕਲ ਗੱਲ ਇਹ ਹੈ ਕਿ ਜਿਹੜੀ ਸਾਡੀ ਇੱਧਰਲੀ ਲਾਈਫ ਹੈ, ਇਹਦੇ ਨਾਲੋਂ ਬਾਹਰਲੀ ਲਾਈਫ ਬਹੁਤ ਮਾਡਰਨ ਹੈ। ਬਾਹਰਲੀ ਲਾਈਫ ਦੇ ਵਿੱਚ ਜਾ ਕੇ ਜਿਹੜੀਆਂ ਅਸੀਂ ਇੱਧਰ ਇੱਕ ਦੂਜੇ ਨਾਲ ਲਵ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਦੋ ਬਈ ਗਰਲਫ੍ਰੈਂਡ ਬॉयਫ੍ਰੈਂਡ ਨੇ, ਉਹ ਆਪਸ ਵਿੱਚ ਜਾਂ ਇੰਗੇਜਡ ਨੇ, ਤਾਂ ਉਹ ਗੱਲਾਂ ਬਾਤਾਂ ਜਿਹੜੀਆਂ ਕਰਦੇ ਨੇ, ਚੌੜਬਾਜ਼ੀਆਂ ਕਰਦੇ ਨੇ, ਜਾਂ ਨਿੱਕੀ ਗੱਲਾਂ ਕਰਦੇ ਨੇ, ਉਹ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਭ ਤੋਂ ਵੱਡੀ ਗੱਲ, ਪ੍ਰੈਕਟੀਕਲ ਗੱਲ ਇਹ ਹੈ ਕਿ ਬਾਹਰ ਜਾ ਕੇ ਜੇ ਕੁੜੀ ਬਾਹਰ ਗਈ ਹੈ ਜਾਂ ਮੁੰਡਾ ਬਾਹਰ ਗਿਆ, ਉਹਨਾਂ ਕੋਲ ਸਮਾਂ ਬਹੁਤ ਘੱਟ ਜਾਂਦਾ। ਇੱਧਰ ਤੁਹਾਡੇ ਕੋਲ ਖੁੱਲ੍ਹਾ ਹੀ ਸਮਾਂ ਸਾਰਾ ਦਿਨ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ, ਇੱਕ ਦੂਜੇ ਲਈ ਕੇਅਰ ਕਰ ਸਕਦੇ ਹੋ। ਬਾਹਰ ਸਮਾਂ ਘੱਟ ਜਾਂਦਾ, ਤੁਹਾਡੇ ਕੋਲ ਸਮਾਂ ਘੱਟ ਜਾਂਦਾ, ਬਹੁਤ ਵੱਡਾ ਫੈਕਟਰ। ਜਦੋਂ ਸਮਾਂ ਘੱਟ ਜਾਂਦਾ ਤਾਂ ਇੱਧਰਲਾ ਬੰਦਾ ਜਿਹੜਾ ਰਹਿ ਗਿਆ, ਚਾਹੇ ਕੁੜੀ ਹੈ ਚਾਹੇ ਮੁੰਡਾ, ਉਹਨੇ ਕਹਿਣਾ ਨਹੀਂ ਤੂੰ ਸਮਾਂ ਘਟਿਆ ਨਹੀਂ ਤੇਰੇ ਕੋਲੇ, ਤੂੰ ਸਮਾਂ ਕੱਢਦਾ ਨਹੀਂ। ਕਿਉਂਕਿ ਸਾਡੇ ਮਨ ਦੇ ਵਿੱਚ ਇਹ ਬਹੁਤ ਆ ਵੀ ਬਾਹਰ ਬਹੁਤ ਵੱਡੀ ਚੀਜ਼ ਹੈ, ਵੀ ਤੂੰ ਬਾਹਰ ਜਾ ਕੇ ਤੇਰੀ ਹਵਾ ਖਰਾਬ ਹੋ ਗਈ। ਸਮਾਂ ਕੱਢਣਾ ਕਿੰਨੀ ਕੀ ਗੱਲ ਹੈ। ਉਹ ਸੋਚਦੇ ਵੀ ਬਾਹਰ ਜਾ ਕੇ ਆਪਣੇ ਇਹ ਸੋਚਣ ਲੱਗ ਜਾਂਦੇ ਨਹੀਂ ਤੂੰ ਤਾਂ ਨਹੀਂ ਕੱਢਦਾ ਕਿਉਂਕਿ ਤੇਰੀ ਬਾਹਰ ਜਾ ਕੇ ਹਵਾ ਖਰਾਬ ਹੋ ਗਈ, ਮੈਂ ਇੱਧਰ ਰਹਿ ਗਿਆ ਤਾਂ ਕਰਕੇ ਇੱਦਾਂ, ਹਨਾ। ਇੱਕ ਤਾਂ ਇਹ ਫੈਕਟਰ। ਦੂਜਾ ਫੈਕਟਰ ਇਹ ਹੈ ਕਿ ਉਹਨੂੰ ਬਾਹਰ ਜਾ ਕੇ ਨਾ ਜਦੋਂ
ਕੁਝ ਲੋਕ ਕਿਉਂਕਿ ਉਹਦੇ ਨਾਲ ਦੇ ਤਾਂ ਮਿਲਣੇ ਨਹੀਂ, ਪੁਰਾਣੇ ਮਿਲਣਗੇ ਜਿਹੜੇ ਕਾਫੀ ਟਾਈਮ ਤੋਂ ਉੱਧਰ ਰਹਿ ਰਹੇ ਨੇ, ਉਹਨਾਂ ਦਾ ਲਾਈਫ ਸਟਾਈਲ ਕਿਸੇ ਹੋਰ ਤਰੀਕੇ ਦਾ। ਬਾਹਰਲੇ ਲੋਕ ਸਾਡੇ ਤੋਂ ਫੋਰਨਰਸ ਤਰੱਕੀ 'ਚ ਕਿਉਂ ਨੇ? ਕਿਉਂਕਿ ਬੜੀ ਪ੍ਰੈਕਟੀਕਲ ਜ਼ਿੰਦਗੀ ਜਿਉਂਦੇ ਨੇ। ਇੱਧਰਲੇ ਅਸੀਂ ਥੋੜੇ ਜਿਹੇ ਸੋਚਾਂ 'ਚ ਸੁਪਨਿਆਂ 'ਚ ਬਾਹਲਾ ਜਿਉਂਦੇ ਆ। ਉਹ ਬਾਹਰਲੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਤੂੰ ਆ ਕੀ ਗੱਲਾਂ ਜਾਂ ਕੱਚੀਆਂ ਜਾਂ ਪਿਆ, ਤੂੰ ਆਪਦੀ ਲਾਈਫ ਬਾਰੇ ਦੇਖ, ਇਦਾਂ ਦੇਖ, ਕੀ ਗੱਲ ਹੋ ਗਈ ਜੇ ਤੂੰ ਵਿਆਹ ਕਰਾ ਲਿਆ ਤਾਂ ਕੀ ਗੱਲ ਹੋ ਗਈ, ਜੇ ਤੇਰਾ ਰਿਲੇਸ਼ਨਸ਼ਿਪ ਤਾਂ ਉਹ ਤੇਰੇ ਲਾਇਕ ਨਹੀਂ ਹੈਗਾ, ਇਹ ਨਹੀਂ ਹੈਗਾ। ਉਹ ਮਤਲਬ ਉਹ ਗੱਲਾਂ ਦੇ ਵਿੱਚ ਜਦੋਂ ਬੰਦਾ ਪੱਕਾ ਪੈਂਦਾ, ਕੋਈ ਵੀ ਹੋਊਗਾ ਉਹਦੇ ਫਰੈਂਡ ਸਰਕਲ ਉਹਨੂੰ ਜ਼ਰੂਰ ਕਹੂਗਾ ਵੀ ਤੂੰ ਸੋਚ ਲੈ ਇੱਕ ਵਾਰੀ। ਉਦੋਂ ਫਿਰ ਜਿੱਤ ਦਾ ਪਤਾ ਕਿਹੜਾ ਜਾਂ ਨਿਭਾਉਣ ਵਾਲਾ ਕਿਹੜਾ ਹੁੰਦਾ, ਉਹ ਫਿਰ ਉਹ ਹੁੰਦਾ ਉਹਨੂੰ, ਉਹ ਕਹਿੰਦਾ ਨਹੀਂ ਇਹ ਗੱਲ ਨਹੀਂ, ਜਿਹੜਾ ਮੈਂ ਪਿੱਛੇ ਛੱਡ ਕੇ ਆਇਆ ਉਹ ਮੇਰਾ ਬਹੁਤ ਕੁਛ ਹੈ, ਇਸ ਕਰਕੇ ਮੈਂ ਉਹਦੇ ਨਾਲ ਹੀ ਰਹੂੰਗਾ। ਹੁਣ ਉਹ ਆਪਦੇ ਵੱਲੋਂ ਮਨ ਬਣਾ ਲਿਆ ਉਹਨੇ, ਪਰ ਜਿਹੜਾ ਇੱਧਰਲਾ ਹੁੰਦਾ ਉਹਦੀ ਬਹੁਤ ਵੱਡੀ ਕਮੀ ਰਹਿੰਦੀ, ਉਹਨੂੰ ਬਾਹਰਲੇ ਦੇ ਅਕੋਰਡਿੰਗ ਵਿਕਸਿਤ ਹੋਣਾ ਪੈਂਦਾ। ਹੁਣ ਮੰਨ ਲਓ ਵੀ ਜੇ ਉਹਨੇ ਸਮੇਂ ਦੀ ਗੱਲ ਕੀਤੀ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਯਾਰ ਉਹਦੇ ਕੋਲ ਸਮਾਂ ਘੱਟ ਹੈ, ਉਸ ਤਰੀਕੇ ਨਾਲ ਗੱਲ ਕਰਨੀ ਹੈ। ਪਹਿਲਾਂ ਵਾਲੀਆਂ ਕਮਲੀਆਂ ਛੱਡਣੀਆਂ ਪੈਣਗੀਆਂ। ਬਾਹਰ ਜਾ ਕੇ ਬੰਦਾ ਜ਼ਿੰਮੇਵਾਰ ਹੋ ਜਾਂਦਾ ਜਦੋਂ ਕਾਰੋਬਾਰ ਦੀਆਂ ਗੱਲਾਂ ਕਰਦਾ, ਤੇ ਇੱਧਰਲੇ ਨੂੰ ਕਹਿਣਾ ਚਾਹੀਦਾ ਹਾਂ ਯਾਰ ਆਪਾਂ ਬਾਰ-ਬਾਰ ਗੱਲਾਂ ਸੋਚੀਏ, ਹਨਾ, ਐ ਕਰੀਏ। ਜਿਹੜਾ ਇੱਧਰ ਰਹਿ ਜਾਂਦਾ ਉਸੇ ਗੱਲਾਂ 'ਚ ਰਹਿ ਜਾਂਦਾ, ਜਿਹੜਾ ਬਾਹਰ ਚਲੇ ਜਾਂਦਾ ਥੋੜ੍ਹੀਆਂ ਅਗਲੀਆਂ ਗੱਲਾਂ ਚਲੇ ਜਾਂਦਾ, ਤਕਰਾਰ ਪੈਦਾ ਹੋ ਜਾਂਦੀ ਹੈ। ਉਹਨੂੰ ਫਿਰ ਗਾਈਡ ਕਰਨ ਵਾਲੇ ਇੱਦਾਂ ਦੇ ਹੋ ਜਾਂਦੇ, ਨਹੀਂ ਤੂੰ ਤਾਂ ਪਿੱਛੇ ਬਹੁਤ ਹੈ, ਉਹ ਤਾਂ ਇੱਦਾਂ ਬਹੁਤ ਹੈ। ਇਹ ਬਹੁਤ ਵੱਡਾ ਪਾੜਾ ਪੈ ਜਾਂਦਾ। ਤੇ ਇਹ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਇਹ ਚੀਜ਼ਾਂ ਇੰਡੀਆ 'ਚ ਰਹਿ ਕੇ ਤੁਸੀਂ ਕਰੋਗੇ ਤਾਂ ਨਹੀਂ ਹੁੰਦੀਆਂ, ਕਿਉਂਕਿ ਤੁਸੀਂ ਇਕੱਠੇ ਹੁੰਦੇ ਹੋ, ਦੋਨਾਂ ਦੀ ਉੱਥੇ ਗੱਲ ਰਹਿ ਜਾਣੀ ਹੈ ਨਾ। ਇਸ ਕਰਕੇ ਜੇ ਤੁਸੀਂ ਇਹ ਏਜ ਫੈਕਟਰ ਜਿਹੜਾ ਮੈਟਰ ਤਾਂ ਕਰਦਾ, ਇੰਡੀਆ 'ਚ ਰਹਿ ਕੇ ਵੀ ਘੱਟ ਏਜ ਦੇ ਵਿੱਚ ਵਿਆਹ ਕਰਾਉਣਾ ਬਹੁਤ ਖਤਰਨਾਕ ਹੈ। ਪਰ ਜੋ ਤੁਸੀਂ ਬਾਹਰ ਦੀ ਗੱਲ ਕਰੋ ਤਾਂ ਉਦੋਂ ਤੋਂ ਘੱਟੋ ਘੱਟ ਤੁਸੀਂ ਮੈਚਿਓਰ ਜ਼ਰੂਰ ਹੋਣਾ ਚਾਹੀਦਾ। ਮੈਂ ਇੱਕ ਏਜ ਲਿਮਿਟ ਦੱਸਾਂ ਤਾਂ 25 ਸਾਲ ਦੀ ਉਮਰ ਤਾਂ ਘੱਟੋ ਘੱਟ ਹੋਣੀ ਚਾਹੀਦੀ ਹੈ, ਜੇਕਰ ਤੁਹਾਡਾ ਕੋਈ ਇੱਕ ਪਾਰਟਨਰ ਪਰਦੇਸੀ ਹੋਣ ਲੱਗਿਆ ਤਾਂ। ਵਿਚੋਲਿਆਂ ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਅਕਸਰ ਦੇਖਿਆ ਪਿੰਡਾਂ ਦੇ ਵਿੱਚ ਤਾਂ ਹੁਣ ਵਿਚੋਲੇ ਵੀ ਕੂਕ ਝਾਕ ਰੱਖਦੇ ਨੇ, ਵੀ ਪਹਿਲਾਂ ਆਪਾਂ ਦੇਖਦੇ ਹੁੰਦੇ ਸੀਗੇ ਵੀ ਭਾਈ ਉਹਨਾਂ ਦਾ ਮੁੰਡਾ ਬਹੁਤ ਵੱਡਾ ਹੋ ਗਿਆ। ਅੱਜ ਕੱਲ੍ਹ ਤਾਂ ਹੁਣ ਉਹਨਾਂ ਦੀ ਵੀ ਜਿਹੜੀਆਂ ਨੇ ਡਿਮਾਂਡਾਂ ਵੱਧ ਗਈਆਂ। ਅੱਜ ਕੱਲ੍ਹ ਤਾਂ ਬਸ ਇਹ ਦੇਖਦੇ ਨੇ ਵੀ ਫਲਾਣੇ ਮੁੰਡੇ ਨੂੰ ਇੰਨੀ ਜ਼ਮੀਨ ਆਉਂਦੀ ਹੈ, ਇੰਨੇ ਕਿੰਨੇ ਕਿੱਲੇ ਪੈਲੀ ਹੈ, ਭਾਈ ਉਹਨੂੰ ਆਪਾਂ 7.5 ਬੈਂਡ ਜਾਂ 7 ਬੈਂਡ ਵਾਲੀ ਕੁੜੀ ਲੱਭ ਦਾਂਗੇ, ਬਸ ਮੁੰਡੇ ਦੀ 12ਵੀਂ ਕੀਤੀ ਹੋਵੇ। ਕੁਛ ਇੱਦਾਂ ਦੀ ਚੀਜ਼ਾਂ ਦੇਖਣ ਲੱਗ ਜਾਂਦੇ ਨੇ। ਉਹਨਾਂ ਨੂੰ ਹੁਣ ਜਿਹੜੀ ਉਹਨਾਂ ਦੀ ਜਿਹੜੀ ਸੋਚ ਆ ਉਹ ਵੀ ਪਹਿਲਾਂ ਵੀ ਆਇਲਸ ਵਾਲਿਆਂ 'ਤੇ ਟਿਕ ਗਈ ਵੀ ਆਇਲਸ ਵਾਲੇ ਮੁੰਡੇ ਲੱਭੋ ਜਾਂ ਕੁੜੀਆਂ ਲੱਭੋ, ਉਹਨਾਂ ਨੂੰ ਵੱਡੇ ਘਰਾਂ ਦੇ ਜਿਹੜੇ ਮੁੰਡੇ ਨੇ ਉਹਨਾਂ ਨਾਲ ਟੱਕਰੇ ਕਰਵਾ ਦਿਓ, ਮੇਲ ਕਰਾ ਦਿਓ, ਆਪਾਂ ਸੋਨੇ ਦੀ ਮੁੰਦਰੀ ਲੈ ਲਾਂਗੇ। ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਪੰਜਾਬ, ਉੱਥੇ ਇੱਕ ਇਹੋ ਜਿਹਾ ਕਰੈਕਟਰ ਵਿਚੋਲਾ ਜਿਹੜਾ ਇੱਕ ਸੋਨੇ ਦੀ ਮੁੰਦਰੀ ਪਿੱਛੇ ਕੁਝ ਵੀ ਕਹਿ ਸਕਦਾ। ਉਹਨੂੰ ਐ ਨਹੀਂ ਪਤਾ ਵੀ ਜਿਹੜੀ ਕੁੜੀ ਵਾਲੇ ਨੇ ਗੱਲ ਨਾ ਕਹੀ ਹੋਵੇ, ਉਹ ਮੁੰਡਿਆਂ ਕੋਲ ਜਾ ਕੇ ਕਹਿ ਦਿੰਦਾ ਵੀ ਨਹੀਂ ਜੀ ਬਹੁਤ ਕੁਝ ਦਵਾ ਦਿਆਂਗੇ, ਐਂ ਦਵਾ ਦਿਆਂਗੇ, ਹਾਲਾਂਕਿ ਕੁੜੀ ਵਾਲੇ ਨੇ ਉਹ ਗੱਲ ਨਹੀਂ ਕਹੀ ਹੁੰਦੀ। ਇਹ ਵਿਚੋਲੇ ਬਹੁਤ ਤਕਰਾਰਾਂ ਪਾਉਂਦੇ ਆ। ਜੇ ਵਿਚੋਲਾ ਇੱਕ ਇੰਨਾ ਸੋਹਣਾ ਵਰਡ ਹੈ ਨਾ, ਤੁਸੀਂ ਦੋ ਘਰਾਂ ਨੂੰ ਮਿਲਾ ਰਹੇ ਹੋ, ਉਹਦੇ 'ਚ ਮੁੰਦਰੀ ਦੇ ਲਾਲਚ 'ਚ ਮਿਲਾ ਰਹੇ ਹੋ ਤਾਂ ਕਿੱਡੀ ਮਾੜੀ ਗੱਲ ਹੈ, ਤੇ ਜੇ ਤੁਸੀਂ ਵੈਸੇ ਮਿਲਾ ਰਹੇ ਹੋ ਤਾਂ ਕਿੱਡੀ ਵਧੀਆ ਗੱਲ ਹੈ, ਕਿੰਨੀ ਚੰਗੀ ਗੱਲ ਹੈ, ਹਨਾ। ਹੁਣ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਲੱਭਦੇ ਰਹਿੰਦੇ, ਸਾਡੇ ਨਾ ਪੰਜਾਬੀ ਕਲਚਰ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਇਹ। ਜੇ ਚਾਹੇ ਆਪਾਂ ਟੌਪਿਕ ਤੋਂ ਥੋੜਾ ਹਟ ਕੇ ਵੀ ਜਾਈਏ ਤਾਂ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪਤਾ ਕੀ ਹੁੰਦਾ, ਜਦੋਂ ਅਸੀਂ ਕੁੜੀ ਮੁੰਡਾ ਦੇਖਣ ਜਾਂਦੇ ਹਾਂ ਨਾ, ਮੰਨ ਲਓ ਵੀ ਅਸੀਂ ਕੁਝ ਬੰਦੇ ਕਿਸੇ ਕੁੜੀ ਨੂੰ ਦੇਖਣ ਗਏ ਆਪਣੇ ਕਿਸੇ ਮੁੰਡੇ ਦੇ ਲਈ, ਤਾਂ ਸਾਡੇ ਹੁਣ ਤਾਂ ਇਹ ਕਲਚਰ ਚੱਲ ਪਿਆ ਚਲੋ ਮੁੰਡੇ ਕੁੜੀ ਨੂੰ ਦਿਖਾ ਤਾਂ ਦਿੰਦੇ ਆ, ਪਰ ਸਾਡੇ ਇੱਕ ਬਹੁਤ ਵੱਡੀ ਗਲਤੀ ਹਜੇ ਵੀ ਹੋ ਰਹੀ ਹੈ। ਉਹ ਇਹ ਹੈ ਕਿ ਅਸੀਂ ਜਦੋਂ ਕੁੜੀ ਨੂੰ ਦੇਖਣ ਜਾਂਦੇ ਆ ਨਾ, ਪਹਿਲੀ ਵਾਰੀ ਹਲੇ ਕੁਝ ਨਹੀਂ ਦੇਖਿਆ, ਨਾ ਕੁਝ ਪਤਾ ਸਾਨੂੰ, ਉਦੋਂ ਬਹੁਤ ਸਾਰੇ ਲੋਕ ਚਲੇ ਜਾਂਦੇ ਆ, ਕਿਉਂਕਿ ਵਿਚੋਲਾ ਕਹਿੰਦਾ ਜੀ ਠੀਕ ਹੈ ਜੀ ਪੱਕਾ ਤਾਂ ਹੋ ਹੀ ਜਾਣਾ, ਵਿਚੋਲੇ ਦੇ ਪਿੱਛੇ ਲੱਗ ਕੇ ਚਲੋ ਕੋਈ ਨਾ ਜੀ। ਵਿਚੋਲੇ ਨੂੰ ਐਂ ਹੁੰਦਾ ਵੀ ਵੱਧ ਤੋਂ ਵੱਧ ਲੋਕ ਦੇਖਣ, ਉੱਥੇ ਜਾ ਕੇ ਤੇ ਕੰਮ ਡਨ ਹੋਵੇ, ਹਨਾ, ਮੇਰੀ ਮੁੰਦਰੀ ਬਣੇ। ਉੱਥੇ ਜੋ ਚਲੇ ਜਾਂਦੇ ਆ ਨਾ, ਉੱਥੇ ਫਿਰ ਸਾਡੇ ਕਲਚਰ ਜਦੋਂ ਕੁੜੀ ਭਲਾ ਪਸੰਦ ਆਈ ਨਾ ਆਈ, ਇਸ ਕਰਕੇ ਫਿਰ ਸਾਡੇ ਪਰਿਵਾਰਾਂ ਵਾਲੇ ਪਤਾ ਕੀ ਸੋਚਦੇ ਆ, ਯਾਰ ਨਹੀਂ ਹੁਣ ਕੁੜੀ ਨੂੰ ਦੇਖਣਾ ਇੰਨੇ ਜਾਣੇ ਛੱਡ ਕੇ ਥੋੜੀ ਜਾਣਾ, ਵੀ ਸਾਡੀ ਕੱਲ ਸਾਡੀ ਕੋਈ ਧੀ ਭੈਣ ਨੂੰ ਛੱਡ ਜੂਗਾ, ਮਤਲਬ ਇਹ ਕੁੜੀ ਨੂੰ ਛੱਡ ਕੇ ਥੋੜੀ ਜਾਣਾ। ਇਹ ਸੋਚ ਬਹੁਤ ਚੰਗੀ ਹੈ, ਪਰ ਉਹ ਤਾਂ ਰਗੜਦਾ ਨਾ ਜਿਹਨੂੰ ਜਿਹੜੇ ਪਾਰਟਨਰ ਬਣਨਾ ਹੈ, ਚਾਹੇ ਇੱਕ ਦੂਜੇ ਦੇ ਲਾਇਕ ਵੀ ਨਹੀਂ, ਪਰ ਫਿਰ ਵੀ ਨਾ ਕਰਨ ਦੀ ਬਜਾਏ ਹਾਂ ਹੀ ਕਰਤੀ, ਉਹ ਤਾਂ ਰਗੜਿਆ ਗਿਆ ਨਾ, ਕਿਉਂਕਿ ਹਾਂ ਹੋ ਗਈ, ਕਿਉਂਕਿ ਉਹਨਾਂ ਦੇ ਹੋ ਸਕਦਾ ਆਪਸ 'ਚ ਮਿਲਾਪ ਵਧੀਆ ਬਣਦਾ ਹੋਵੇ, ਜੋੜੀ ਉਹਨਾਂ ਦੀ ਸੋਹਣੀ ਬਣਦੀ ਹੋਵੇ, ਜਾਂ ਇੱਕ ਦੂਜੇ ਦੇ ਲਾਇਕ ਹੋਣ ਜਾਂ ਕੁਝ ਵੀ ਹੋਵੇ। ਇਹਨਾਂ ਗੱਲਾਂ ਦੇ ਵਿੱਚ ਇਹ ਸਾਰੇ ਪੁਆਏ ਪੰਗੇ ਵਿਚੋਲਿਆਂ ਦੇ ਹੁੰਦੇ। ਹੁਣ ਵਿਚੋਲਿਆਂ ਨੂੰ ਤਾਂ ਇਹ ਗੱਲ ਦੀ ਲੱਭਤ ਹੁੰਦੀ। ਮੈਂ ਤਾਂ ਪਰਿਵਾਰਾਂ ਨੂੰ ਇਹ ਅਪੀਲ ਜ਼ਰੂਰ ਕਰਨਾ ਚਾਹੂੰਗਾ ਕਿ ਇਹਨਾਂ ਵਿਚੋਲਿਆਂ ਦੇ ਪਿੱਛੇ ਲੱਗ ਕੇ ਫਲਾਣਿਆਂ ਨੇ 7 ਬੈਂਡ ਲੈ ਲਏ, 8 ਬੈਂਡ ਲੈ ਲਏ, ਕੋਈ ਵੱਡੀ ਗੱਲ ਨਹੀਂ ਹੁੰਦੀ। ਆਇਲਸ ਕੋਈ ਐਜੂਕੇਸ਼ਨ ਲੈਵਲ ਨਹੀਂ ਤੁਹਾਡਾ ਤੈਅ ਕਰਦੀ। ਆਇਲਸ ਇੱਕ ਵੈਸੇ ਇੱਕ ਐਗਜ਼ਾਮ ਹੈ, ਬਾਹਰ ਜਾਣ ਦਾ ਜ਼ਰੀਆ। ਉਹ ਬਹੁਤ ਸਾਰੇ ਲੋਕ ਆਉਣ ਵਾਲੇ ਸਮੇਂ ਤਾਂ ਵੈਸੇ ਛੋਟੇ ਬੱਚੇ ਕਰਨ ਲੱਗ ਜਾਣਗੇ, ਕਿਉਂਕਿ ਇਹ ਤਾਂ ਇੱਕ ਲੈਂਗੁਏਜ ਹੈ। ਬਿਲਕੁਲ ਐਜੂਕੇਸ਼ਨ ਉਹ ਹੁੰਦੀ ਹੈ, ਜੋ ਮੇਰੇ ਹਿਸਾਬ ਦੇ ਨਾਲ ਐਜੂਕੇਸ਼ਨ ਉਹ ਹੁੰਦੀ ਹੈ ਕਿ ਤੁਸੀਂ ਜਿਵੇਂ ਆਪਾਂ ਵਿਆਹ ਦੀ ਗੱਲ, ਤੁਸੀਂ ਇੱਕ ਵਿਆਹ ਕਰਾ ਲਿਆ, ਉਹਨੂੰ ਨਿਭਾ ਸਕੋਗੇ, ਤੁਹਾਡੀ ਐਜੂਕੇਸ਼ਨ ਹੈ। ਆਇਲਸ ਦੇ 7 ਬੈਂਡ ਐਜੂਕੇਸ਼ਨ ਨਹੀਂ ਹੈ। ਤੁਸੀਂ ਆਇਲਸ ਦੇ 7 ਬੈਂਡ ਲੈ ਕੇ ਬਾਹਰ ਚਲੇ ਗਏ, ਉਦੋਂ ਬਾਅਦ ਤੁਸੀਂ ਚਲੇ ਤਲਾਕ ਤੇ ਗਏ, ਫਿਰ ਕੀ ਐਜੂਕੇਸ਼ਨ ਰਹਿ ਗਈ, ਹਨਾ। ਜੇ ਹੋਈ ਤਲਾਕ ਗਿਆ, ਜੇ ਆਪਸ ਵਿੱਚ ਰੌਲੇ ਹੀ ਪੈ ਗਏ। ਸੋ ਜਿਹੜਾ ਆਇਲਸ ਹੈ ਨਾ, ਐਡਾ ਵੱਡਾ ਮੈਂ ਇਹ ਗੱਲ ਕਹਿਣਾ, ਜਿਹੜੇ ਹਿਸਾਬ ਨਾਲ ਸਾਡੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ, ਜੇ ਆਇਲਸ ਨਾ ਹੁੰਦਾ ਸਾਡਾ ਬੇੜਾ ਗਰਕ ਵੀ ਹੋ ਜਾਣਾ ਸੀ, ਕਿਉਂਕਿ ਜਿਹੜੇ ਬਾਹਰ ਚਲੇ ਗਏ ਉਹ ਵੀ ਇੱਧਰ ਹੁੰਦੇ ਤਾਂ ਕੀ ਹੁੰਦਾ। ਦੇਖੋ ਜਿਹੜੇ ਇੱਧਰ ਕਿੰਨੇ ਨੇ ਇੱਕ ਦੂਜੇ 'ਚ ਵੱਜਦੇ ਫਿਰਦੇ ਨੇ। ਤੇ ਦੂਜੀ ਇੱਕ ਬਹੁਤ ਵਧੀਆ ਫਾਇਦਾ ਹੋਇਆ ਆਇਲਸ ਦਾ, ਦੂਜਾ ਸਾਡਾ ਬੇੜਾ ਗਰਕ ਵੀ ਇਹ ਗੱਲ 'ਚ ਬਹੁਤ ਵੱਡਾ ਹੋਇਆ ਕਿ ਸਾਡੇ ਜਿਹੜੇ ਜਿਨ੍ਹਾਂ ਬੰਦਿਆਂ ਨੇ, ਤੁਸੀਂ ਦੇਖੋ ਵੀ ਇੱਕ ਤੁਸੀਂ ਪੜ੍ਹਦੇ ਹੋਵੋਗੇ ਨਾ, ਜਦੋਂ ਮੈਂ ਪੜ੍ਹਦਾ ਸੀਗਾ, ਮੇਰੀ ਇੱਕ ਕੁੜੀ ਦੇ ਨਾਲ ਉਹ ਹੁੰਦਾ ਸੀ, ਮਤਲਬ
ਬੜਾ ਵਧੀਆ ਮੈਚ ਪੈਂਦਾ ਸੀ ਫਸਟ ਆਉਣ ਦਾ, ਕਦੇ ਉਹ ਫਸਟ ਆਉਂਦੀ ਕਦੇ ਮੈਂ ਫਸਟ ਆਉਂਦਾ, ਕੰਪੀਟੀਸ਼ਨ ਹੁੰਦਾ ਸੀ। ਪਲੱਸ 1 ਪਲੱਸ 2 ਤੱਕ ਚੱਲਿਆ ਤੇ ਉਹ ਫਿਜ਼ਿਕਸ ਬੜੀ ਇੰਟੈਲੀਜੈਂਟ ਕੁੜੀ ਸੀ, ਮਤਲਬ ਉਹ ਜਿਹੜੀਆਂ ਕੁਐਸਚਨ ਸੀ ਨਾ ਉਹ 1 ਮਿੰਟ 'ਚ ਸੋਲਵ ਕਰ ਦਿੰਦੀ ਸੀ, ਬੜੀ ਇੰਟੈਲੀਜੈਂਟ ਸੀ। ਤੇ ਉਦੋਂ ਸੋਚਣ 'ਚ ਲੱਗਦਾ ਹੁੰਦਾ ਸੀ ਯਾਰ ਇਹ ਸਾਇੰਟਿਸਟ ਬਣ ਸਕਦੀ ਹੈ ਜਾਂ ਇਹ ਬਹੁਤ ਤਕੜੀ ਲੈਕਚਰਰ ਹੋ ਸਕਦੀ ਹੈ ਫਿਜ਼ਿਕਸ ਪੜ੍ਹਾਉਣ ਦੀ। ਉਹਨੇ ਕੀ ਕੀਤਾ ਵੀ ਜਦੋਂ ਉਹਦੀ ਪਲੱਸ 2 ਖਤਮ ਹੋਈ, ਆਇਲਸ ਕਰਿਆ, ਉਹ ਬਾਹਰ ਚਲੀ ਗਈ। ਤੇ ਅੱਜ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਅੱਜ ਕਿਤੇ ਨਾ ਕਿਤੇ ਉਹ ਕਿਸੇ ਹੋਟਲ 'ਚ ਜਾਂ ਕਿਤੇ ਵੀ ਉਹ ਕੁਛ ਐਜ਼ ਅ ਲੇਬਰ ਕੰਮ ਕਰ ਰਹੀ ਹੋਊਗੀ, ਹਨਾ, ਐਜ਼ ਅ ਵਰਕਰ। ਬਹੁਤ ਚੰਗੀ ਗੱਲ ਹੈ, ਮਿਹਨਤ ਕਰ ਰਿਹਾ, ਮੈਂ ਨਹੀਂ ਕਹਿੰਦਾ। ਪਰ ਇੱਕ ਗੱਲ ਤਾਂ ਟੁੱਟ ਗਈ ਨਾ, ਜਿਹੜਾ ਉਹਦਾ ਸੁਪਨਾ ਸੀ, ਚਾਹੇ ਡਾਕਟਰ ਬਣਨ ਦਾ ਹੋਵੇ ਚਾਹੇ ਸਾਇੰਟਿਸਟ ਬਣਨ ਦਾ ਹੋਵੇ, ਤਾਂ ਟੁੱਟ ਗਿਆ ਨਾ। ਕਿੰਨੇ ਇੰਟੈਲੀਜੈਂਟ ਜਿਹੜੇ ਅਸੀਂ ਛੋਟੇ ਛੋਟੇ ਹੁੰਦੇ ਨੇ ਸਾਨੂੰ ਪੁੱਛਦੇ ਹੁੰਦੇ ਸੀ ਕੀ ਬਣੋਗੇ, ਅਸੀਂ ਕਹਿੰਦੇ ਹੁੰਦੇ ਸੀ ਡਾਕਟਰ ਬਣਾਂਗੇ, ਉਹ ਕਰਾਂਗੇ। ਉਹ ਸਾਰੇ ਸੁਪਨੇ ਟੁੱਟ ਜਾਂਦੇ ਨੇ ਕਿਉਂਕਿ ਸਾਡੇ ਕੋਲੇ ਸਿਰਫ ਇੱਕ ਆਇਲਸ ਰਹਿ ਗਿਆ ਜ਼ਰੀਆ। ਹਾਂ, ਜਦੋਂ ਇੱਕ ਪਲੱਸ 2 ਤੋਂ ਬਾਅਦ ਕੋਈ 7 ਬੈਂਡ ਲੈਂਦਾ, ਉਹਨੇ ਫਿਜ਼ਿਕਸ 'ਚ ਬਹੁਤ ਸੋਹਣੇ ਨੰਬਰ ਲਏ, ਸਾਨੂੰ ਖਬਰ ਸੁਣੇ ਵੀ ਹਾਂ ਉਹਨੇ 7 ਬੈਂਡ ਲੈ ਲਿਓ, ਬਾਹਰ ਚੱਲਿਆ, ਬੜੀ ਚੰਗਾ ਲੱਗਦਾ ਵੀ ਹਾਂ ਉਹਨੇ ਫਿਜ਼ਿਕਸ ਬਹੁਤ ਇੰਟੈਲੀਜੈਂਟ ਸੀ, ਹੋ ਸਕਦਾ ਬਾਹਰ ਜਾ ਕੇ ਕਿਸੇ ਹਾਇਰ ਐਜੂਕੇਸ਼ਨ ਹਾਇਰ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਐਜੂਕੇਸ਼ਨ ਲੈਣ ਗਈ ਹੋਵੇ, ਹਨਾ, ਜਾਂ ਗਿਆ ਹੋਵੇ। ਪਰ ਉਹ ਇਦਾਂ ਨਹੀਂ ਗਿਆ ਹੁੰਦਾ, ਉਹਨੇ ਸਿਰਫ ਸੈੱਟ ਹੋਣਾ ਹੁੰਦਾ ਜਾ ਕੇ। ਮਤਲਬ ਆਇਲਸ ਨੇ ਸਾਡਾ ਇਹ ਕਾਣ ਜ਼ਰੂਰ ਕੀਤਾ ਵੀ ਜਿਹੜੇ ਸਾਡੇ ਸੁਪਨੇ ਸੀ, ਜਿਹੜੇ ਛੋਟੇ ਛੋਟੇ ਹੁੰਦੇ ਤੋਂ ਇੰਨੀ ਮਿਹਨਤ ਕੀਤੀ, ਉਹ ਫਿਰ ਅਸੀਂ 버ਗਰ ਪੈਕ ਕਰਨ ਵਾਸਤੇ ਨਹੀਂ ਕੀਤੀ ਸੀ। ਇੱਥੇ ਸਵਾਲ ਇੱਕ ਇਹ ਵੀ ਬਣਦਾ ਵੀ ਇੰਨੀ ਹਾਇਰ ਐਜੂਕੇਸ਼ਨ ਆਪਾਂ ਰੱਖਦੇ ਆ, ਇੰਨਾ ਲੱਖ ਰੁਪਏ ਇੱਥੇ ਲਾ ਕੇ ਆਪਾਂ ਟ੍ਰੇਨ ਕਰਦੇ ਆ ਆਪਣੇ ਆਪ ਨੂੰ, ਐਜੂਕੇਸ਼ਨ ਲੈਂਦੇ ਆ ਕਿ ਬਾਹਰ ਜਾ ਕੇ ਹੁਣ ਏਮ ਇੰਨਾ ਕੁ ਛੋਟਾ ਕਰ ਲਿਆ ਬਸ ਇੱਕ ਆਈਫੋਨ ਲੈਣਾ, ਹੱਥ ਦੇ ਵਿੱਚ ਇੱਕ ਆਈਫੋਨ ਹੋਣਾ ਚਾਹੀਦਾ, ਇੱਕ 골ਡ ਚੇਨ ਹੋਣੀ ਚਾਹੀਦੀ ਹੈ, ਆਪਣੇ ਕੋਲ ਗੱਡੀ ਹੋਣੀ ਚਾਹੀਦੀ ਹੈ, PR ਚਾਹੇ ਹੋਵੇ ਵੀ ਨਾ ਹੋਵੇ, ਬਸ ਪਿੰਡ ਵਾਲਿਆਂ ਨੂੰ ਦਿਖਾ ਦੇਣਾ ਵੀ ਭਾਈ ਸਾਡੇ ਮੁੰਡਾ ਬਾਹਰ ਗਿਆ, ਸੈੱਟ ਹੈ, ਵੀ ਆਈਫੋਨ ਰੱਖਿਆ ਹੋਇਆ, ਵਧੀਆ ਪੈਸੇ ਕਮਾਉਂਦਾ ਹੈ, ਬਸ ਇੰਨਾ ਕੀ ਏਮ ਰਹਿ ਗਿਆ ਵੀ ਇੰਨੇ ਲੱਖ ਰੁਪਏ ਲਾ ਕੇ ਬਾਹਰ ਜਾ ਕੇ ਵੀ ਦਿਹਾੜੀਆਂ ਕਰਨੀਆਂ। ਵੈਸੇ ਇਹਦੇ 'ਚ ਮੈਂ ਇਹ ਦੋ ਤਰ੍ਹਾਂ ਦੀ ਗੱਲ ਹੈ। ਇਹ ਬਹੁਤ ਸਾਰੇ ਲੋਕ ਇਹ ਵੀ ਇੱਦਾਂ ਵੀ ਸੋਚਦੇ ਆ, ਪਰ ਇਹ ਜਿੱਦਾਂ ਸੋਚਦੇ ਬਹੁਤ ਗਲਤ ਹੈ। ਪਰ ਇੱਕ ਗੱਲ, ਦੂਜੀ ਗੱਲ ਇੱਕ ਹੋਰ ਹੈ, ਪੰਜਾਬ ਦੇ ਵਿੱਚ ਨਾ ਕੀ ਹੁੰਦਾ ਕਿ ਜਿਹੜੀਆਂ ਕੁੜੀਆਂ ਦੀ ਆਪਾਂ ਕਹਿ ਰਹੇ ਨਾ ਕੁੜੀਆਂ ਨੇ ਆਇਲਸ ਕਰਕੇ ਵਿਆਹ ਕਰਾ ਲਓ, ਉਹਦੇ ਵਿੱਚ ਜਿਹੜੀ ਆਪਾਂ ਟੌਪਿਕ 'ਤੇ ਗੱਲ ਕਰ ਰਹੇ ਹਾਂ ਉਹ 'ਚ ਜ਼ਰੂਰੀ ਨਹੀਂ ਹੁੰਦਾ ਵੀ ਕੁੜੀਆਂ ਦਾ ਕਸੂਰ ਹੁੰਦਾ। ਸਾਡੇ ਹਾਲਾਤ ਵੀ ਇੰਨੇ ਮਾੜੇ ਹੋ ਗਏ ਜਾਂ ਤਰੀਕਾ ਵੀ ਇੰਨਾ ਮਾੜਾ ਹੋ ਗਿਆ ਕਿ ਸਾਨੂੰ ਉਹਨੂੰ ਐਂ ਲੱਗਦਾ ਵੀ ਯਾਰ ਇੱਥੇ ਪੜ੍ਹ ਵੀ ਲਏ ਤਾਂ ਕੁਛ ਨਹੀਂ ਬਣਨਾ। ਤੁਸੀਂ ਦੇਖੋ ਪੜ੍ਹਨਾ ਵੀ ਨਹੀਂ ਚਾਹੁੰਦੇ। ਹਾਂ, ਪਰ ਤੁਸੀਂ ਦੇਖੋ ਵੀ ਇੱਕ ਗੱਲ ਇੱਦਾਂ ਦੀ ਹੈ ਕਿ ਉਹ ਬੰਦੇ ਜਿਹੜੇ ਪਰਦੇਸੀ ਮੁੰਡੇ 12ਵੀਂ ਤੋਂ ਬਾਹਰ ਚਲੇ ਗਏ, ਹਨਾ, ਉਹਨਾਂ ਨੂੰ ਸਿਜਦਾ ਵੀ ਇੰਨਾ ਜ਼ਿਆਦਾ ਕਿ ਉਹ ਦੇਖੋ ਵੀ ਸਾਰਾ ਦਿਨ ਸ਼ਿਫਟਾਂ ਲਾਉਂਦੇ ਵਿਚਾਰੇ। ਇਹ ਗੱਲ ਜ਼ਰੂਰ ਆਇਲਸ ਨੇ ਇਹ ਕਾਣ ਕਰਤਾ ਕਿ ਉਹਨਾਂ ਦੇ ਸੁਪਨੇ ਖਤਮ ਹੋ ਗਏ। ਪਰ ਉਹ ਦੇਖੋ ਵੀ ਖਾਸ ਕਰਕੇ ਜਿਹੜੀਆਂ ਕੁੜੀਆਂ ਦੀ ਗੱਲ, ਪਤਾ ਕਿ ਕੁੜੀਆਂ ਕੀ ਕਰਦੀਆਂ ਨੇ ਵਿਚਾਰੀਆਂ ਕਿ ਉਹ ਮੁੰਡੇ ਨੂੰ ਤਾਂ ਆਪਾਂ ਸ਼ੌਂਕ ਨਾਲ ਭੇਜ ਦਿੰਦੇ ਆ ਬਾਹਰ, ਮੁੰਡੇ ਨੂੰ ਤਾਂ ਪਿੱਛੋਂ ਵੀ ਪੈਸੇ ਭੇਜ ਦਿੰਦੇ ਆ ਬਹੁਤ ਮਾਪੇ, ਪਰ ਕੁੜੀਆਂ ਬਾਹਰ ਜਾ ਕੇ ਇੰਨੀ ਮਿਹਨਤ ਕਰਦੀਆਂ ਵੀ ਮੇਰੇ ਮਾਪਿਆਂ ਤੋਂ ਮੈਨੂੰ ਦੁਬਾਰਾ ਦੂਜੀ ਫੀਸ ਨਾ ਮੰਗਾਉਣੀ ਪੈ ਜੇ ਕਿਤੇ, ਹਨਾ। ਉਹਨਾਂ ਦੇ ਸੁਪਨੇ ਚਾਹੇ ਉਹ ਚਾਹੁੰਦੀਆਂ ਵੀ ਹੁਣ ਵੀ, ਚਾਹੇ ਮੈਂ ਇੱਧਰ ਫਿਜ਼ਿਕਸ ਬਹੁਤ ਇੰਟੈਲੀਜੈਂਟ ਸੀ, ਬਾਹਰ ਜਾ ਕੇ ਅੱਗੇ ਪੜ੍ਹਾਈ ਕਰਨੀ ਹੈ, ਪਰ ਜੋ ਪੜ੍ਹਾਈ ਵਾਲੇ ਚੱਕਰ 'ਚ ਪਊਗੀ ਤਾਂ ਉੱਥੇ ਪੈਸੇ ਨਹੀਂ ਹੋਣੇ ਪੂਰੇ ਤੇ ਘਰੋਂ ਪੈਸੇ ਮੰਗਾਉਣੇ ਪੈਣਗੇ। ਇਹਦੇ ਚੱਕਰ ਦੇ ਵਿੱਚ ਫਿਰ ਉਹ ਵਿਆਹ ਵੱਲ ਵੀ ਮਾਪੇ ਚਲੇ ਜਾਂਦੇ ਨੇ ਵੀ ਇੰਨੇ ਪੈਸੇ ਲਾ ਕੇ ਜਾਵਾਂਗੇ। ਫਿਰ ਜਦੋਂ ਵਿਆਹ ਹੋ ਜਾਂਦਾ ਫਿਰ ਮੁੰਡੇ ਵਾਲੇ ਸੋਚਦੇ ਆ ਵੀ ਨਹੀਂ ਤੂੰ ਇੰਨਾ ਤੇਰੇ ਉੱਤੇ ਪੈਸੇ ਵਿਆਹ ਤੇ ਲਾਏ, ਹੁਣ ਤੈਨੂੰ ਪੜ੍ਹਾਵਾਂਗੇ ਥੋੜ੍ਹਾ, ਇੱਧਰ ਕੰਮ ਕਰਕੇ। ਇਹ ਸਾਰੀਆਂ ਚੀਜ਼ਾਂ ਬਹੁਤ ਜਿਹੜਾ ਉਲਝਿਆ ਹੋਇਆ ਤਾਣੀ ਬਾਣੀ ਇਹ ਜਿਹੜੀਆਂ ਐਟ ਦਾ ਐਂਡ ਸਾਡੀ ਜਵਾਨੀ ਦਾ ਘਾਣ ਕਰ ਰਹੀਆਂ ਨੇ ਵੀ ਜਿਹੜਾ ਸਾਡੇ ਮੁੰਡਿਆਂ ਨੂੰ ਉਧਰ ਜਾਣਾ ਪੈ ਰਿਹਾ। ਜੋ ਚੱਲੇ ਵੀ ਗਏ ਚਲੋ ਤੇ ਉਹਨਾਂ ਦੇ ਵਿਚਾਰਿਆਂ ਦੇ ਕੋਈ ਜਿਹੜੀ ਕੁਆਲੀਫਿਕੇਸ਼ਨ ਹੈ, ਜਿਹੜੀ ਅਸਲੀ ਕੁਆਲੀਫਿਕੇਸ਼ਨ ਹੁੰਦੀ, ਜਿਵੇਂ ਕੋਈ ਡਾਕਟਰ ਨਹੀਂ ਬਣ ਸਕਦਾ, ਕੋਈ ਕੁਛ ਨਹੀਂ ਬਣ ਸਕਦਾ, ਉਹ ਐਟ ਦਾ ਐਂਡ ਫਿਰ PR ਹੋ ਸਕਦੇ ਨੇ, ਅਮੀਰ ਹੋ ਸਕਦੇ ਨੇ, ਪਰ ਉਹ ਕੁਆਲੀਫਿਕੇਸ਼ਨ ਵੱਲੋਂ ਅਮੀਰ ਨਹੀਂ ਰਹਿ ਜਾਂਦੇ, ਗਰੀਬ ਰਹਿ ਜਾਂਦੇ ਨੇ। ਆਖਰੀ ਸਵਾਲ ਤੁਹਾਨੂੰ ਹੋਗਾ ਫਿਰ ਇਸ ਚੀਜ਼ ਨੂੰ ਰੋਕਿਆ ਕਿਵੇਂ ਜਾ ਸਕਦਾ ਤੁਹਾਡੇ ਮੁਤਾਬਿਕ, ਕਿਉਂਕਿ ਇਹ ਘਾਣ ਤਾਂ ਹੋ ਰਿਹਾ ਕਾਫੀ ਲੰਬਾ ਸਮਾਂ ਹੋ ਗਿਆ। ਆਇਲਸ ਸੈਂਟਰ ਤਾਂ ਮੈਨੂੰ ਲੱਗਦਾ ਕੋਈ ਮਾਰਕੀਟ ਦੇ ਵਿੱਚ ਚਲ ਜਾਓ, ਚੰਡੀਗੜ੍ਹ ਮੋਹਾਲੀ ਹੈ, ਕਿਸੇ ਜ਼ਿਲ੍ਹੇ ਦੀ ਵੀ ਕੋਈ ਮਾਰਕੀਟ ਦੇ ਵਿੱਚ ਸ਼ਹਿਰ ਦੇ ਵਿੱਚ ਚਲ ਜਾਓ, ਸਭ ਤੋਂ ਵੱਧ ਬੋਰਡ ਜਿਹੜੇ ਨੇ ਉਹ ਇਹਨਾਂ ਦੇ ਲੱਗੇ ਹੋਏ ਨੇ, ਸਪਾਊਸ ਵੀਜ਼ਾ, ਆਇਲਸ ਕਰੋ, ਬਾਹਰ ਜਾਓ, PTE ਕਰੋ, ਇਹਨਾਂ ਦੇ ਲੱਗੇ ਹੋਏ ਨੇ। ਫਿਰ ਇਸ ਚੀਜ਼ ਤੋਂ ਬਚਿਆ ਕਿਵੇਂ ਜਾਵੇ, ਇਸ ਘਾਣ ਤੋਂ ਪੰਜਾਬ ਨੂੰ ਮੋੜਾ ਕਿਵੇਂ ਪਾਇਆ ਜਾਵੇ? ਦੇਖੋ ਜਦੋਂ ਵੀ ਇਹੋ ਜਿਹਾ ਕੋਈ ਸਵਾਲ ਹੁੰਦਾ ਨਾ ਆਪਣੇ ਵਾਸਤੇ ਪੰਜਾਬ ਦੇ ਕਿਸੇ ਵੀ ਟੌਪਿਕ ਤੇ ਹੋਵੇ ਵੀ ਇਹ ਤੋਂ ਬਚਿਆ ਕਿਵੇਂ ਜਾਵੇ, ਜਦੋਂ ਵੀ ਆਪਾਂ ਕਿਸੇ ਪ੍ਰੋਬਲਮ ਬਾਰੇ ਸੋਚਦੇ ਹਾਂ ਤਾਂ ਉਹਦੇ ਵਿੱਚ ਇੱਕ ਹੀ ਜਵਾਬ ਹੁੰਦਾ ਹਮੇਸ਼ਾ ਕਿ ਸਾਡਾ ਸਿਸਟਮ ਸਹੀ ਹੋਊਗਾ। ਤਾਂ ਗੱਲ ਇਹ ਹੈ ਕਿ ਸਿਸਟਮ ਸਹੀ ਹੋਣਾ ਤਾਂ ਸਿਸਟਮ ਸਹੀ ਹੋਣ ਨਾਲ ਅਸੀਂ ਇੰਨਾ ਕੁ ਬਚਾ ਸਕਦੇ ਹਾਂ ਕਿ ਜਿਹੜੇ ਸਾਡੇ ਬੱਚੇ ਬਾਹਰ ਜਾਣਾ ਨਹੀਂ ਚਾਹੁੰਦੇ ਉਹ ਇੱਧਰ ਰਹਿ ਜਾਣ। ਪਰ ਦੂਜੀ ਗੱਲ ਇੱਥੇ ਇਹ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚ ਸਿਸਟਮ ਤੋਂ ਅਸੀਂ ਤਾਨਾ ਨਹੀਂ ਮਾਰ ਸਕਦੇ, ਸਾਡੇ ਆਪਦੇ ਹੱਥ ਵਿੱਚ ਆ। ਉਹ ਇਹ ਸਾਡੇ ਆਪਦੇ ਹੱਥ ਵਿੱਚ ਇਹ ਹੈ ਕਿ ਘੱਟੋ ਘੱਟ ਅਸੀਂ ਜਿਹੜਾ ਖਬਰ ਤੁਸੀਂ ਕਹੀ ਹੈ ਵੀ ਇੱਕ ਕੁੜੀ ਬਾਹਰ ਚਲੀ ਗਈ, ਉਹਨੇ ਮੁੰਡੇ ਨੂੰ ਬੁਲਾਇਆ ਨਹੀਂ, ਪਤਾ ਨਹੀਂ ਅੰਦਰਲੀ ਖਬਰ ਕੀ ਹੋਏਗੀ, ਪਰ ਜੇ ਸੱਚੀ ਹੈ ਤਾਂ ਇਹ ਵੀ ਬੁਲਾਇਆ ਨਹੀਂ ਤੇ ਮੁੰਡਾ ਸੁਸਾਈਡ ਕਰ ਗਿਆ। ਇਹਨਾਂ ਚੀਜ਼ਾਂ ਨੂੰ ਰੋਕਣਾ ਸਿਸਟਮ ਦੇ ਹੱਥ 'ਚ ਨਹੀਂ, ਸਾਡੇ ਹੱਥ 'ਚ। ਕਿਵੇਂ ਰੋਕ ਸਕਦੇ ਹਾਂ ਅਸੀਂ? ਉਹ ਇਸ ਤਰ੍ਹਾਂ ਰੋਕ ਸਕਦੇ ਹਾਂ ਕਿ ਸਾਡੀ ਸੋਚ ਇੰਨੀ ਵਿਕਸਿਤ ਕਰੀਏ ਕਿ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ 12ਵੀਂ ਤੋਂ ਬਾਅਦ ਕੁੜੀ ਦਾ ਵਿਆਹ ਕਰਨਾ ਹੀ ਨਹੀਂ। ਮੈਂ ਤਾਂ ਡਾਇਰੈਕਟਲੀ ਜੇ ਪ੍ਰੈਕਟੀਕਲ ਜੀ ਗੱਲ ਕਹਾਂ ਤਾਂ ਆਹ ਗੱਲ ਸੋਚ ਲੈਣ ਕਿ 12ਵੀਂ ਤੋਂ ਬਾਅਦ ਅਸੀਂ ਕੁੜੀ ਦਾ ਵਿਆਹ ਨਹੀਂ ਕਰਨਾ। ਜੇ 12ਵੀਂ ਤੋਂ ਬਾਅਦ ਕੁੜੀ ਆਇਲਸ ਕਰ ਵੀ ਰਹੀ ਹੈ ਤਾਂ ਅਸੀਂ ਉਹਨੂੰ ਆਪਣੇ ਦਮ ਤੇ ਬਾਹਰ ਭੇਜਣਾ, ਬਾਹਰ ਜਾ ਕੇ ਉਹ ਐਜੂਕੇਸ਼ਨ ਲਵੇ ਜਾਂ ਕੁਛ ਵੀ ਕਰੇ। ਉਸ ਤੋਂ ਬਾਅਦ ਜਦੋਂ ਉਹਦੀ ਉਮਰ ਹੋ ਗਈ ਉਦੋਂ ਕਰਨਾ ਵਿਆਹ। ਔਰ ਦੂਜੀ ਗੱਲ, ਇੱਕ ਸੌਖਾ ਤਰੀਕਾ ਸਾਡੇ ਇਹ ਹੈ ਕਿ ਚਲੋ 12ਵੀਂ ਤੋਂ ਬਾਅਦ ਜਲਦੀ ਚਲੇ ਜਾਂਦਾ ਬੰਦਾ, ਸੌਖਾ ਚਲੇ ਜਾਂਦਾ, ਤਾਂ ਇਹ ਅਪਣਾਉਂਦੇ ਨੇ। ਪਰ ਮੈਂ ਜੋ ਤੱਤ ਕੱਢਿਆ ਜਾਂ ਚਾਹੀਦਾ ਜਿੱਦਾਂ ਮੈਨੂੰ ਜੋ ਲੱਗਦਾ ਉਹ ਇਹ ਹੈ ਕਿ ਸਾਨੂੰ ਮੈਂ ਕਹਿੰਦਾ ਵੀ ਗ੍ਰੈਜੂਏਸ਼ਨ ਤੱਕ ਵੀ ਇੱਥੇ ਪੜ੍ਹਨਾ ਚਾਹੀਦਾ। ਗ੍ਰੈਜੂਏਸ਼ਨ ਤੈਅ ਕਰ ਲਿਓ, ਉਦੋਂ ਬਾਅਦ ਮਾਸਟਰਸ ਕਰਨ ਦੇ ਲਈ
ਜਾਂ ਕਿਸੇ ਜੌਬ ਲਈ ਵੀ ਐਸੇ ਕੁਝ ਕਰਨ ਦੇ ਲਈ ਤੁਸੀਂ ਬਾਹਰ ਜਾਓ, ਕਿਉਂਕਿ 12ਵੀਂ ਤੋਂ ਬਾਅਦ ਤੁਸੀਂ ਇੱਧਰੋਂ 12ਵੀਂ ਤੁਸੀਂ ਇੱਧਰ ਕੀਤੀ, ਬਾਹਰ ਪੜਨ ਜਾਓਗੇ, ਉਹ ਤੁਹਾਨੂੰ ਪਤਾ ਹੀ ਹੈ ਪੜ੍ਹਾਈ ਕਿੱਦਾਂ ਦੀ ਹੋਗੀ, ਤੁਸੀਂ ਕੰਮ ਹੀ ਕਰੋਗੇ, ਮਤਲਬ ਤੁਹਾਡਾ ਕੁਛ ਤੈਅ ਨਹੀਂ ਹੋਣਾ। ਜੇ ਤੁਸੀਂ 12ਵੀਂ ਤੋਂ ਬਾਅਦ ਇੱਧਰ, ਜਿਵੇਂ ਮੈਂ ਜਰਨਲਿਜ਼ਮ ਕੀਤੀ ਹੈ, ਪੱਤਰਕਾਰੀ ਕੀਤੀ ਹੈ, ਉਸ ਤੋਂ ਬਾਅਦ ਮੈਂ ਬਾਹਰ ਜਾਣ ਬਾਰੇ ਸੋਚਾਂ ਤਾਂ ਹੋ ਸਕਦਾ ਮੈਨੂੰ ਬਾਹਰਲਾ ਕੋਈ ਚੈਨਲ ਜੌਬ ਦੇ ਦੇ, ਬਿਲਕੁਲ ਹੈ ਨਾ। ਜਿਹੜੀ ਮੈਂ ਲੇਬਰ ਜੌਬ ਕਰਨੀ ਉਹ ਨਹੀਂ, ਇਹਦੇ 'ਚ ਮੈਂ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਕਰ ਰਿਹਾ, ਇਹਦੇ 'ਚ ਮੈਂ ਆਪਣਾ ਉਹ ਸੁਪਨਾ ਵੀ ਕੁਆਲੀਫਿਕੇਸ਼ਨ ਦੇ ਤੌਰ ਤੇ ਬਾਹਰ ਜਾ ਹਾਂ, ਤੇ ਇਹਦੇ ਵਿੱਚ ਮੈਂ ਜਿਹੜਾ ਮੈਂ ਆਪਣਾ ਸੁਪਨਾ ਜਰਨਲਿਸਟ ਬਣਨ ਦਾ ਉਹ ਵੀ ਪੂਰਾ ਕਰ ਰਿਹਾ। ਬਿਲਕੁਲ। ਸੋ ਮੇਰੀ ਮਾਪਿਆਂ ਨੂੰ ਇਹ ਬੇਨਤੀ ਹੈ ਵੀ ਘੱਟੋ ਘੱਟ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ 12ਵੀਂ ਤੋਂ ਬਾਅਦ ਵਿਆਹੁਣ ਵਾਲਾ ਕੰਮ ਖਤਮ ਕਰੋ। ਜਿਹੜਾ ਇਹ ਟ੍ਰੈਂਡ ਚੱਲਿਆ ਹੋਇਆ ਵੀ ਆਇਲਸ ਕੁੜੀ ਆਇਲਸ ਕਰੂਗੀ, ਮੁੰਡਾ ਪੈਸੇ ਲਾਊਗਾ, ਇਸ ਚੀਜ਼ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ। ਬਹੁਤ ਹੀ ਘਟੀਆ ਸੋਚ ਹੈ ਇਹ। ਹਾਂ, ਵੈਸੇ ਕੋਈ ਰਿਸ਼ਤਾ ਬਣ ਜਾਏ ਠੀਕ ਹੈ, ਪਰ ਜਿਹੜੇ ਪਲਾਨ ਕਰਕੇ ਇਦਾਂ ਬਣਾਉਂਦੇ ਆ ਵੀ ਹਾਂ ਵੀ ਇਹੋ ਜਿਹਾ ਹੀ ਲੱਭਣਾ ਜਿਹੜਾ ਮੁੰਡਾ ਹੋ ਜੇ, ਇਦਾਂ ਹੋ ਜੇ, ਇਹ ਬਹੁਤ ਗਲਤ ਗੱਲਾਂ ਨੇ। ਕਿਉਂਕਿ ਇਹਨਾਂ ਨੇ ਤੁਹਾਨੂੰ ਹੁਣ ਤਾਂ ਹਜੇ ਤਾਂ ਧੀਆਂ ਤੇ ਪੁੱਤ ਆਪਣੇ ਹੱਲੇ ਵੀ ਸ਼ਰਮ ਮੰਨਦੇ ਨੇ, ਪਰ ਆਉਣ ਵਾਲਾ ਸਮਾਂ 3-4-5 ਸਾਲਾਂ ਤੱਕ ਐਸਾ ਆ ਜਾਣਾ ਉਹਨਾਂ ਨੂੰ ਸ਼ਰਮ ਮੰਨਣੀ ਬਿਲਕੁਲ ਬੰਦ ਕਰ ਦੇਣੀ ਹੈ। ਵੀ ਜਿਹੜੀ ਆ ਸ਼ਰਮ ਨਹੀਂ ਮੈਂ ਕਹੂੰਗਾ, ਵੀ ਜਿਹੜਾ ਸੰਗ ਜੀ ਹੁੰਦੀ ਆ ਵੀ ਆਪਣੇ ਮਾਪੇ ਨੂੰ ਕਿਵੇਂ ਕਹੂੰਗੀ ਵੀ ਮੈਂ ਆਪਣੇ ਘਰ ਵਾਲੇ ਨੂੰ ਛੱਡ ਰਹੀ ਹਾਂ, 4-5 ਮਹੀਨੇ ਸਾਲਾਂ ਤੱਕ ਇਹ ਖਤਮ ਹੋ ਜਾਣੀ ਹੈ। ਇਸ ਤੋਂ ਬਾਅਦ ਫਿਰ ਜੋ ਮਾੜੀ ਤਕਰਾਰ ਹੋਇਆ ਕਰੂਗਾ ਤਾਂ ਉਹ ਤਲਾਕ ਹੀ ਹੋਇਆ ਕਰਨਗੇ। ਕਿੰਨੇ ਕੁ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਵਿਆਹਾਂਗੇ, ਕਿੰਨੇ ਕੁ ਵਾਰੀ ਅਸੀਂ ਇਹਨਾਂ ਚੀਜ਼ਾਂ ਦਾ ਫੇਸ ਕਰਾਂਗੇ। ਸੋ ਇਸ ਤੋਂ ਚੰਗਾ ਅਸੀਂ ਇਹ ਕਰੀਏ ਕਿ ਆ ਸਾਡੇ ਬੱਚੇ ਨੂੰ ਅਸੀਂ ਖੁੱਲ੍ਹ ਦਈਏ ਵੀ ਹਾਂ ਤੂੰ ਪੜ੍ਹ ਲੈ, ਹੋਰ ਪੜ੍ਹ ਲੈ, ਜਦੋਂ ਤੇਰੀ ਉਮਰ ਹੋ ਗਈ ਤੈਨੂੰ ਉਦੋਂ ਵਿਆਹ ਕਰਾਂਗੇ, ਹੈ ਨਾ। ਕੁੜੀਆਂ ਤੇ ਵੀ ਇਹ ਪ੍ਰੈਸ਼ਰ ਨਾ ਪੈ ਜਾਏ। ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਜਿਹੜੀਆਂ ਕੁੜੀਆਂ ਨੂੰ ਇਹ ਹੁੰਦਾ ਵੀ ਮੈਂ ਹਜੇ ਯਾਰ ਕਾਲਜ ਦਾ ਸੁਪਨਾ ਦੇਖਣਾ ਹੈ, ਮੈਂ ਹਜੇ ਅੱਗੇ ਪੜ੍ਹਨਾ ਹੈ, ਮੈਂ ਆਪਦਾ ਕੁਛ ਤੈਅ ਕਰਨਾ, ਮੈਂ ਵਿਆਹ ਨਹੀਂ ਕਰਾਉਣਾ, ਪਰ ਉਹਨਾਂ ਤੇ ਥੋਪਿਆ ਜਾਂਦਾ ਵਿਆਹ ਵੀ 12ਵੀਂ ਤੋਂ ਬਾਅਦ ਤੂੰ ਐਲਸ ਕਰ ਲਿਆ, ਹੁਣ ਪੁੱਤ ਤੂੰ। ਕੁੜੀਆਂ ਵੀ ਚਾਹੁੰਦੀਆਂ ਵੀ ਮੈਂ ਇਕੱਲੀ ਬਾਹਰ ਚਲੀ ਜਾਵਾਂ, ਚਾਹੇ ਮਾਹੌਲ ਨੂੰ ਦੇਖ ਕੇ ਕਰਦੇ ਆ, ਚਾਹੇ ਉਹਨਾਂ ਕੋਲ ਪੈਸਾ ਨਹੀਂ ਹੈ, ਚਾਹੇ ਮਜਬੂਰੀ ਹੈ, ਪਰ ਇਸ ਚੀਜ਼ ਤੋਂ ਸਾਨੂੰ ਹਟਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਮਾਪੇ ਨੇ ਜਿਹੜੇ ਉਹ ਜਾਣ ਕੇ ਕਰਦੇ ਨੇ, ਉਹਨਾਂ ਨੂੰ ਚਾਹ ਹੈ ਤਾਂ ਮਜਬੂਰੀ ਹੋਈ, ਜਿਹਨਾਂ ਕੋਲ ਪੈਸੇ ਨਹੀਂ ਹੈਗੇ ਜਾਂ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਆ, ਪਰ ਘੱਟੋ ਘੱਟ ਹੋਰ ਮਜਬੂਰੀਆਂ ਨਾਲ ਜਿੱਥੇ ਅਸੀਂ ਪੰਜਾਬ ਦਾ ਕਿਸਾਨ ਇੱਥੇ ਮੱਥਾ ਮਾਰੀ ਬੈਠਾ, ਕਿੰਨੇ ਟਾਈਮ ਉੱਥੇ ਬੈਠੇ, ਤੇ ਇਹ ਮਜਬੂਰੀਆਂ ਨਾਲ ਵੀ ਸਾਨੂੰ ਨਜਿੱਠ ਲੈਣਾ ਚਾਹੀਦਾ। ਸਾਡੇ ਬੱਚਿਆਂ ਦੀ ਭਵਿੱਖ ਤੈਅ ਕਰਦਾ ਇਹ ਚੀਜ਼, ਤੇ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਜਾਂ ਉਹਨਾਂ ਦੇ ਕਰੀਅਰ ਤੋਂ ਪਹਿਲਾਂ ਉਹਨਾਂ ਨੂੰ ਕਰੋਗੇ ਤਾਂ ਮਤਲਬ ਉਹਨਾਂ ਦੀ ਜ਼ਿੰਦਗੀ ਵੀ ਤਬਾਹ ਕਰ ਰਹੇ ਹੋ, ਕਰੀਅਰ ਵੀ ਤਬਾਹ ਕਰ ਰਹੇ ਹੋ, ਤੇ ਦੁਬਾਰਾ ਉਹਨਾਂ ਦਾ ਵਿਆਹ ਕਰਨ ਲਈ ਵੀ ਸਾਨੂੰ ਤਿਆਰ ਰਹਿਣਾ ਪੈਂਦਾ, ਕਿਉਂਕਿ ਉਹ ਆਪਸ ਵਿੱਚ ਨਿਭਦਾ ਬਹੁਤ ਘੱਟ ਹੈ, ਜਿਵੇਂ ਆ ਖਬਰਾਂ ਆਈਆਂ ਨੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਸਮਾਂ ਦਿੱਤਾ ਆਪਣਾ। ਸੋ ਇਹ ਸਨ ਬਾਈ ਗੁਰਪਾਲ ਸਿੰਘ ਬਰਾੜ। ਤੁਸੀਂ ਸੁਣੀ ਲੈ ਕੇ, ਕਿਉਂਕਿ ਜੋ ਟ੍ਰੈਂਡ ਚੱਲ ਪਿਆ, ਬਿਲਕੁਲ ਇੱਕ ਟ੍ਰੈਂਡ ਮੈਂ ਕਹੂੰਗਾ ਕਿ ਬਾਹਰ ਜਾਣ ਦਾ ਟ੍ਰੈਂਡ ਹੈ। ਪੰਜਾਬੀ ਹਰ ਇੱਕ ਚੀਜ਼ ਦੇ ਵਿੱਚ ਨਾ ਬੜਾ ਸੌਖਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਵੀ ਕਿਸ ਤਰੀਕੇ ਨਾਲ ਬਾਹਰ ਹੋਵੇ। ਪਹਿਲਾਂ ਦੇ ਟਾਈਮ ਦੇ ਵਿੱਚ ਮੈਂ 8-9 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬੰਦਾ ਪ੍ਰੋਪਰ ਆਪਣੇ ਆਪ ਨੂੰ ਤਿਆਰ ਕਰਦਾ ਸੀਗਾ ਆਇਲਸ ਵਾਸਤੇ, ਆਇਲਸ ਦੇ ਵਿੱਚ ਵਧੀਆ ਸਕੋਰ ਲੈਂਦਾ ਸੀ, ਉਸ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਬਾਹਰ ਵਾਸਤੇ ਟਰਾਈ ਕਰਦਾ ਸੀਗਾ। ਉਸ ਤੋਂ ਬਾਅਦ ਇਹ ਤਰੀਕਾ ਕਿਤੇ ਨਾ ਕਿਤੇ ਘਟਦਾ ਰਿਹਾ, ਕਿਉਂਕਿ ਟਾਈਮ ਡਿਊਰੇਸ਼ਨ ਬਹੁਤ ਸੀਗੀ, ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਸੀਗਾ, ਮਿਹਨਤ ਲੱਗਦੀ ਸੀਗੀ। ਬੇਸ਼ੱਕ ਮਿਹਨਤ ਬਹੁਤ ਕਰਦੇ ਨੇ, ਪਰ ਇਸ ਚੀਜ਼ ਦੇ ਵਿੱਚ ਮਿਹਨਤ ਘਟਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ, ਫਿਰ ਹੋਰ ਸੌਖੇ ਤਰੀਕੇ ਲੱਭੇ ਗਏ। ਸਪਾਊਸ ਵੀਜ਼ੇ ਤੱਕ ਗੱਲ ਆਈ, 12ਵੀਂ ਤੋਂ ਬਾਅਦ ਵਿਆਹ ਦੀ ਗੱਲ ਆਈ, ਪਰ ਇਹ ਚੀਜ਼ ਨੇ ਕਿਤੇ ਨਾ ਕਿਤੇ ਪੰਜਾਬ ਦਾ ਘਾਣ ਕਰਤਾ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਕੁਝ ਜਾਣਕਾਰੀ ਤੁਹਾਨੂੰ ਚੰਗੀ ਮਿਲੀ ਹੋਊਗੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ, ਹੋਰ ਇਹੋ ਜਿਹੇ ਟੌਪਿਕਸ ਉੱਤੇ ਵੀਡੀਓਜ਼ ਜਲਦ ਤੋਂ ਜਲਦ ਹਾਜ਼ਰ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼।